ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਤੇ ਪ੍ਰੋਗਰਾਮ ਪੰਜਾਬ ਅਬਰੋਡ ਦੇ ਵਿੱਚ ਕਰਫੇ ਤੁਹਾਡਾ ਸਵਾਗਤ ਹੈ। ਦੋਸਤੋ, ਇਹ ਉਹੀ ਪ੍ਰੋਗਰਾਮ ਹੈ ਜਿੱਥੇ ਬੈਠ ਕੇ ਸਾਡੇ ਜਿਹੜੇ ਮਾਹਰ ਨੇ ਅਰਵਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਕਿਹਾ ਸੀਗਾ ਕਿ ਕੈਨੇਡਾ ਜਿਹੜਾ ਹੈ ਆਉਣ ਵਾਲੇ 3 ਸਾਲਾਂ ਦੇ ਵਿੱਚ ਜਿਹੜੀ ਐਕਸਪ੍ਰੈਸ ਐਂਟਰੀ ਦੇ ਵਿੱਚ ਕਾਫੀ ਸਾਰਾ ਹੁੰਗਾਰਾ ਦੇਣ ਜਾ ਰਿਹਾ ਹੈ। 12-12.5 ਲੱਖ ਲੋਕਾਂ ਨੂੰ ਸੱਦਾ ਦੇਣ ਜਾ ਰਿਹਾ ਹੈ, ਜਿਸ ਦੇ ਕਰਕੇ ਐਸੇ ਮਹੀਨੇ ਦੇ ਵਿੱਚ 27,332 ਇੱਕੋ ਵਾਰ 'ਚ ਪਹਿਲੀ ਵਾਰ ਐਡਾ ਵੱਡਾ ਨੰਬਰ ਜਿਹੜਾ ਹੈ ਉਹਨਾਂ ਨੂੰ PR ਡਾਇਰੈਕਟਲੀ ਉੱਥੇ ਮਿਲੀ ਹੈ ਕੈਨੇਡਾ ਦੇ ਵਿੱਚ। ਸੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅਰਵਿੰਦਰਪਾਲ ਸਿੰਘ ਜੀ ਦਾ ਸਾਡੇ ਪ੍ਰੋਗਰਾਮ ਪੰਜਾਬ ਅਬਰੋਡ ਦੇ ਵਿੱਚ। ਸਰ, ਸਵਾਗਤ ਹੈ। ਬਹੁਤ ਸ਼ੁਕਰੀਆ ਮੋਹਿਤ ਜੀ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਜਿਵੇਂ ਅਸੀਂ ਪਹਿਲਾਂ ਅਰਵਿੰਦਰਪਾਲ ਜੀ ਜਿਵੇਂ ਕਿਹਾ ਸੀਗਾ ਕਿ ਇਮੀਗ੍ਰੇਸ਼ਨ ਜਿਹੜੇ ਉੱਥੇ ਜਾਣਾ ਚਾਹੁੰਦੇ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ, ਉਹਨਾਂ ਨੂੰ ਕਾਫੀ ਸਾਰਾ ਫਾਇਦਾ ਹੋਏਗਾ ਇਸ ਸਾਲ ਦੇ ਵਿੱਚ। ਐਂਡ ਫਾਇਦਾ ਦਿਖਣਾ ਸ਼ੁਰੂ ਹੋ ਗਿਆ ਕਿਉਂਕਿ 27,332 ਹਿਊਜ ਨੰਬਰ ਹੁੰਦਾ। ਜੇਕਰ ਪਿੱਛੇ ਝਾਤ ਮਾਰੀਏ ਤਾਂ ਹਰ ਮਹੀਨੇ 10,000 ਦੀ ਐਵਰੇਜ ਨਾਲ ਜਿਹੜੇ ਲੋਕ ਸੀਗੇ ਜਾਂਦੇ ਸੀਗੇ ਕਰੋਨਾ ਤੋਂ ਪਹਿਲਾਂ ਵੀ ਭਾਵੇਂ। ਸੋ 27,000 ਤਕਰੀਬਨ 3 ਗੁਣਾ ਜਿਹੜੇ ਲੋਕ ਨੇ ਇਸ ਵਾਰ ਗਏ ਨੇ। ਐਂਡ ਜੇਕਰ ਮੈਂ ਗੱਲ ਕਰਾਂ ਉਸ ਨੰਬਰ ਦੀ, ਜਿੱਥੇ 475 ਵਾਸਤੇ ਲੋਕੀ ਤਰਸਦੇ ਸੀਗੇ, ਉਹਨਾਂ ਨੂੰ ਸਿਰਫ 75 ਨੰਬਰਾਂ ਦੇ ਨਾਲ ਮੈਂ ਕਹਿੰਦਾ ਫਾਈਲ ਵਿੱਚ ਬਸ ਉਹ ਫਾਈਲ ਪਾਉਣ ਦੀ ਲੋੜ ਹੈ ਪੂਲ ਦੇ ਵਿੱਚ। ਐਂਡ ਉਹਨਾਂ ਨੂੰ ਹੁਣ PR ਜਿਹੜੀ ਹੈ ਕੈਨੇਡਾ ਦੀ ਮਿਲਣ ਜਾ ਰਹੀ ਹੈ। ਸੋ ਕਾਫੀ ਸਾਰੇ ਲੋਕ ਜਿਹਨਾਂ ਨੇ ਸ਼ਾਇਦ ਫਾਈਲ ਨਹੀਂ ਪਾਈ, ਉਹ ਨਿਰਾਸ਼ ਹੋਣਗੇ, ਜਾਂ ਫਿਰ ਜਿਹੜੇ ਸੋਚਦੇ ਨੇ ਕਿ ਮੈਂ ਐਲੀਜੀਬਲ ਨਹੀਂ ਹਾਂ, ਉਹਨਾਂ ਨੂੰ ਕਾਫੀ ਥੋੜਾ ਮਨ ਵਿੱਚ ਮਲਾਲ ਹੋਵੇਗਾ। ਮੋਹਿਤ ਜੀ, ਆਪਾਂ ਇਸੇ ਪ੍ਰੋਗਰਾਮ 'ਚ ਦੀ ਚਰਚਾ ਕੀਤੀ ਸੀ ਔਰ ਆਪਾਂ ਤੋਂ ਬਖੂਬੀ ਕਿਹਾ ਸੀਗਾ ਕਿ ਇਹ ਸਕੋਰ ਬਹੁਤ ਥੱਲੇ ਜਾਣਗੇ ਔਰ ਤੁਸੀਂ ਉਮੀਦ ਨਹੀਂ ਕਰ ਸਕਦੇ, ਔਰ ਵਾਕਿਆ ਐਗਜ਼ੈਕਟਲੀ ਉਸੇ ਤਰੀਕੇ ਨਾਲ ਹੀ ਹੋਇਆ। ਔਰ ਇਹ ਹਾਲੇ ਪਹਿਲੀ ਕਿਸ਼ਤ ਆ, ਪਰ ਇਹਦਾ ਹੁਣ ਇਹਨੂੰ ਗਰਾਂਟਡ ਨਹੀਂ ਲੈ ਸਕਦੇ ਕਿ ਤੁਸੀਂ ਕਿ 75 ਦਾ, ਬਿਕੋਜ਼ ਅੱਗੇ ਸੋਚਦੇ ਸੀ ਜੇ 437 ਆ ਜਾਂ 475 ਆ ਵੀ ਉਹ ਉੱਥੋਂ ਤੱਕ ਪਹੁੰਚਣ ਦੀ ਅਸੀਂ ਸੋਚਣ ਲੱਗ ਪਏ ਸੀ ਕਿ ਸਾਡੀ ਵਾਰੀ ਆ ਜੂਗੀ। ਸੋ ਕੈਨੇਡਾ ਨੂੰ ਅਸੀਂ ਹਮੇਸ਼ਾ ਤੋਂ ਇੱਕ ਉਸੇ ਤਰੀਕੇ ਨਾਲ ਹੀ ਕਹਿੰਦੇ ਬਾਈ 1 ਗੈਟ 1 ਫ੍ਰੀ, ਵੀ ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਬਹੁਤ ਵੱਡੀਆਂ ਨੇ। ਔਰ ਕੈਨੇਡਾ ਨੇ ਇੱਕਦਮ ਗਵਰਨਮੈਂਟ ਨੇ ਤੁਹਾਨੂੰ ਸੰਕੇਤ ਵੀ ਦਿੱਤਾ ਕਿ ਜਦੋਂ ਉਹਨਾਂ ਨੇ ਕਿਹਾ ਕਿ 1.2 ਮਿਲੀਅਨ ਅਸੀਂ ਨੈਕਸਟ 3 ਸਾਲ ਦੇ ਵਿੱਚ ਅਸੀਂ ਜਿਹੜੇ ਲੋਕਾਂ ਨੂੰ PR ਦੇਵਾਂਗੇ। ਇਹ ਬਹੁਤ ਵੱਡਾ ਨੰਬਰ ਆ ਕਿਸੇ ਮੁਲਕ ਲਈ ਵੀ, ਔਰ ਇੰਨੇ ਵੱਡੇ ਨੰਬਰ ਨੂੰ ਤੁਸੀਂ ਡਿਮਾਂਡ ਐਂਡ ਸਪਲਾਈ ਦੀ ਖੇਡ ਦੇ ਨਾਲ ਪੂਰਾ ਕਰਨਾ ਆ। ਸੋ ਡਿਮਾਂਡ ਐਂਡ ਸਪਲਾਈ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਰਿਸੋਰਸਿਸ ਘਟੇ, ਲੋਕਾਂ ਦੇ ਕੰਮਕਾਰ ਘਟੇ, ਲੋਕਾਂ ਦਾ ਜ਼ਿੰਦਗੀ ਥੋੜ੍ਹੀ ਬਹੁਤ ਦੁੱਭਰ ਹੋਈ, ਔਰ ਸਭ ਨੇ ਬਾਹਰ ਜਾਣ ਦਾ, ਕਿਸੇ ਨੇ ਅਪਲਾਈ ਕੀਤਾ ਜਾਂ ਕਿਸੇ ਨੂੰ ਲੱਗਾ ਕਿ ਇਹ ਟਾਈਮ ਸ਼ਾਇਦ ਚੰਗਾ ਨਹੀਂ ਆ, ਇਸ ਟਾਈਮ ਫੀਸਾਂ ਨਾ ਫਸਾਈਏ। ਤੇ ਕੈਨੇਡਾ ਨੇ ਆਪਣਾ ਸਿਰਫ ਹੁੰਗਾਰਾ ਜ਼ੋਰ ਦੀ ਭਰ ਕੇ ਦਿਖਾਇਆ ਤੁਹਾਨੂੰ ਕਿ ਅਸੀਂ ਹੈਗੇ ਹਾਂ, ਔਰ ਇਸੇ ਤੁਹਾਨੂੰ ਸੰਕੇਤ ਦਿੱਤਾ ਕਿ ਜਿਹੜਾ ਪੂਲ ਹੈ ਉਹ ਇੱਥੋਂ ਤੱਕ ਵੀ ਆ ਸਕਦਾ ਕਿ ਬਿਕੋਜ਼ ਇਹ ਡਿਮਾਂਡ ਐਂਡ ਸਪਲਾਈ ਦੀ ਖੇਡ ਆ ਸਾਰੀ। ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਬਹੁਤ ਜ਼ਿਆਦੀਆਂ ਨੇ, ਔਰ ਕੈਨੇਡਾ ਲਈ ਇਹ ਵਿਨ ਸਿਚੁਏਸ਼ਨ ਆ। ਸਟੂਡੈਂਟਸ ਜਾਣ, ਇਮੀਗ੍ਰੈਂਟਸ ਜਾਣ, ਵਰਕਰ ਜਾਣ, ਕੈਨੇਡਾ ਦੇ ਉਹਦੇ ਨਾਲ ਕੈਨੇਡਾ ਦੀ ਇਕੋਨਮੀ ਨੂੰ ਫਾਇਦਾ ਆ। ਕੈਨੇਡਾ ਇੱਕ ਡਿਵੈਲਪਿੰਗ ਕੰਟਰੀ ਆ, ਮੁਲਕ ਗਰੋ ਹੁੰਦਾ ਆ, ਰਿਸੋਰਸਿਸ ਗਰੋ ਹੁੰਦੇ ਆ, ਟੈਕਸੇਸ਼ਨ ਗਰੋ ਹੁੰਦੀ ਆ। ਸੋ ਉਹ ਸਮਾਜ ਵੱਡਾ ਹੁੰਦਾ ਆ, ਔਰ ਉਹ ਸਮਾਜ ਦੇ ਵਿੱਚ ਉਹ ਰਹਿਣਾ ਤੁਸੀਂ ਦੇਖੋ ਕਿ ਉਹ ਐਡਾ ਸ਼ਾਨਦਾਰ ਹੈ, ਔਰ ਇਹ ਸ਼ਾਨਦਾਰ ਫੀਲਿੰਗ ਨੂੰ ਹੋਰ ਜ਼ਿਆਦਾ ਵਧਾਇਆ ਜਾ ਰਿਹਾ। ਜੀ ਅਰਵਿੰਦਰਪਾਲ ਜੀ, ਤੁਸੀਂ ਜਿਵੇਂ ਗੱਲ ਕੀਤੀ ਕਿ 1.2 ਮਿਲੀਅਨ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ 3 ਸਾਲਾਂ ਦੇ ਵਿੱਚ। ਸੋ ਅਗਰ ਮੈਂ ਕੈਲਕੂਲੇਸ਼ਨ ਕਰਾਂ 12 ਲੱਖ ਲੋਕਾਂ ਦੀ 3 ਸਾਲਾਂ ਦੇ ਨਾਲ ਹਰ ਮਹੀਨੇ ਕੈਲਕੂਲੇਟ ਕਰਾਂ ਤਾਂ 37,000 ਲੋਕਾਂ ਨੂੰ ਜਾਣ ਦੀ ਪ੍ਰੋਬੇਬਿਲਿਟੀ ਬਣਦੀ ਹੈ ਹਰ ਮਹੀਨੇ। ਸੋ ਕਾਫੀ ਹਿਊਜ ਨੰਬਰ, 27,000 ਤੋਂ ਵੀ 10,000 ਵੱਧ ਲੋਕ ਜਿਹੜੇ ਨੇ, ਯਾਨੀ ਕਿ 37,000 ਦੇ ਤਕਰੀਬਨ ਹਰ ਮਹੀਨੇ ਜਿਹੜੇ ਲੋਕ ਨੇ ਉਹ ਜਾ ਸਕਦੇ ਨੇ। ਸੋ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਜਿਹੜੇ ਪੁਆਇੰਟ ਨੇ, ਕਿੱਥੇ 475 ਨਹੀਂ ਆਉਂਦੇ ਸੀਗੇ, ਕਿੱਥੇ 75 ਗਏ ਨੇ। ਸੋ 75 ਤਾਂ ਅਰਵਿੰਦਰਪਾਲ ਜੀ ਮੈਂ ਕਹਿੰਦਾ ਹਰ ਦੂਜੇ ਬੰਦੇ ਦੇ ਹੋਣਗੇ। ਸੋ ਕੀ ਹਰ ਕੋਈ ਬੰਦਾ ਜਾ ਸਕਦਾ? ਨਹੀਂ, ਇਹਨੂੰ ਇਸ ਤਰੀਕੇ ਨਾਲ ਵੀ ਨਹੀਂ, ਬਿਕੋਜ਼ ਕੈਨੇਡਾ ਦੀ ਇੱਕ ਚੀਜ਼ ਹੋਰ ਜਿਹੜੀ ਚੰਗੀ ਆ, ਕੈਨੇਡਾ ਨੇ ਕੁਆਲਿਟੀ ਕੰਪਰੋਮਾਈਜ਼ ਬਹੁਤ ਜ਼ਿਆਦਾ ਕਦੀ ਨਹੀਂ ਕੀਤਾ। ਠੀਕ ਹੈ, ਡਿਮਾਂਡ ਐਂਡ ਸਪਲਾਈ ਵਾਲੀ ਖੇਡ ਜ਼ਰੂਰ ਹੈਗੀ ਆ, ਬਟ ਅਗਰ ਵੇਖਾਂਗੇ ਕਿ ਕੁਆਲਿਟੀ ਕੰਪਰੋਮਾਈਜ਼ ਇਸ ਤਰੀਕੇ ਦਾ ਹੋਣ ਲੱਗ ਪੈਣਾ, ਇਹ ਇੱਦਾਂ ਦਾ ਕਦੀ ਅਜੇ ਤੱਕ ਹਿਸਟਰੀ 'ਚ ਨਹੀਂ ਹੋਇਆ। ਕੈਨੇਡਾ ਨੇ ਹਮੇਸ਼ਾ ਬਾਰ ਰੇਜ਼ ਕੀਤੀ ਹੈ, ਔਰ ਕੈਨੇਡਾ ਦੁਨੀਆ ਭਰ ਤੋਂ ਇਮੀਗ੍ਰੈਂਟਸ ਦੀ ਪਹਿਲੀ ਪਸੰਦ ਆ। ਪੂਰੀ ਦੁਨੀਆ ਤੋਂ ਲੋਕ ਉੱਥੇ ਜਾ ਰਹੇ ਨੇ ਪੂਰੇ। ਅਗਰ ਤੁਸੀਂ ਪੰਜਾਬ ਦੀ ਗੱਲ ਕਰੇ ਤਾਂ ਪੰਜਾਬ 'ਚ ਤਾਂ ਸਾਨੂੰ ਲੱਗਦਾ ਕਿ ਸਿਰਫ ਤੇ ਸਿਰਫ ਕੈਨੇਡਾ ਹੀ ਸਟੂਡੈਂਟ ਵੀਜ਼ਾ ਦਿੰਦਾ ਹੈ, ਬਿਕੋਜ਼ ਸਾਡੇ ਕੋਲ ਜਿੰਨੀਆਂ ਸਟੂਡੈਂਟ ਐਪਲੀਕੇਸ਼ਨ ਮੈਕਸੀਮਮ ਇਕੱਲੀਆਂ ਉਹਦੇ ਲਈ ਕੈਨੇਡਾ ਲਈ ਹੁੰਦੀਆਂ ਹੈ। ਔਰ ਕੈਨੇਡਾ ਦੀਆਂ ਜ਼ਰੂਰਤਾਂ ਸਟੂਡੈਂਟਸ ਦੀਆਂ, ਟੂਰਿਸਟ ਦੀਆਂ, ਹਰ ਇੱਕ ਦੀਆਂ ਬਹੁਤ ਜ਼ਿਆਦੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਇਹ ਸਕੋਰਸ ਇੰਨੇ ਲੋ ਤਾਂ ਨਹੀਂ ਰਹਿਣਗੇ। ਹਾਂ, ਬਿਕੋਜ਼ ਇਹ ਸੰਕੇਤ ਆ ਕਿ ਅਸੀਂ ਓਪਨ ਆ, ਪਰ ਫਿਰ ਵੀ ਲਿਆਕਤ ਨਾਲ ਕੰਪਰੋਮਾਈਜ਼ ਨਹੀਂ ਹੈਗਾ। ਸੋ ਸਕੋਰਸ ਅੱਪ ਜਾਣਗੇ, ਪਰ ਹੋਰ ਲੋਕ, ਇਹ ਜਿੱਦਾਂ ਹੁੰਦਾ ਨਹੀਂ ਕਿ ਇੱਕ ਬਾਜ਼ਾਰ ਬਣਦਾ, ਮਾਰਕੀਟ ਬਣਦੀ, ਤਾਂ ਉਹਨੇ ਬਾਇਰ ਜ਼ਿਆਦਾ ਆਉਂਦੇ ਆ। ਸੋ ਜਿਨ੍ਹਾਂ ਲੋਕਾਂ ਨੇ ਕਦੀ PR ਪਾਉਣ ਦੀ ਵੀ ਨਹੀਂ ਸੋਚੀ ਸੀ, 75 ਸੋਚ ਕੇ ਸਭ ਨੇ ਪਾ ਵੀ ਲੈਣੀ ਆ। ਸੋ ਜੇਕਰ ਅਸੀਂ ਨੰਬਰ ਸੋਚ ਰਹੇ ਹਾਂ ਕਿ ਵੱਧ ਵਧੇਗਾ ਤੇ ਉਨੀਆਂ ਐਪਲੀਕੇਸ਼ਨਸ ਵੱਧ ਵਧਣਗੀਆਂ। ਸੋ ਫਿਰ ਉਹ, ਬਿਕੋਜ਼ ਅਲਟੀਮੇਟਲੀ ਐਕਸਪ੍ਰੈਸ ਐਂਟਰੀ ਦਾ ਮਤਲਬ ਕੀ ਆ ਕਿ ਐਕਸਪ੍ਰੈਸ ਐਂਟਰੀ ਦਾ ਮਤਲਬ ਪੂਲ ਆ। ਜਿਹੜੀ ਸਭ ਤੋਂ ਵੱਡੀ ਗੱਲ ਸਮਝਣ ਲਈ ਸਾਨੂੰ ਜ਼ਰੂਰੀ ਆ,
ਐਕਸਪ੍ਰੈਸ ਐਂਟਰੀ 'ਚ ਪੂਲ 'ਚ ਐਪਲੀਕੇਸ਼ਨ ਜਾਂਦੀਆਂ ਨੇ, ਬਿਕੋਜ਼ ਪਹਿਲਾਂ ਜਿਹੜੀ ਇਮੀਗ੍ਰੇਸ਼ਨ ਸੀ, ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਸੀ, ਉਹਦੇ ਵਿੱਚ ਜਿੰਨੇ ਐਪਲੀਕੇਸ਼ਨ, ਅਗਰ 500 ਬੰਦਾ ਚਾਹੀਦਾ ਤਾਂ 500 ਹੀ ਐਪਲੀਕੇਸ਼ਨ ਓਪਨ ਹੁੰਦੀ ਸੀ। ਜਦੋਂ ਫਿਲ ਅਪ ਹੋ ਜਾਂਦੀ ਸੀ ਉਹਨੂੰ ਲੌਕ ਲਾ ਦਿੰਦੇ ਸੀ ਜੀ, ਉਹਨੂੰ ਕੈਪ ਕਰ ਦਿੰਦੇ ਸੀ ਕਿ ਨੋ ਮੋਰ ਐਪਲੀਕੇਸ਼ਨਸ, ਤੇ ਸਿਸਟਮ ਅਲਾਓ ਨਹੀਂ ਕਰਦਾ ਹੋਰ ਐਪਲੀਕੇਸ਼ਨਸ ਨੂੰ। ਪਰ ਐਕਸਪ੍ਰੈਸ ਐਂਟਰੀ ਦੇ ਵਿੱਚ ਉਹ ਢੱਕਣ ਚੱਕ ਦਿੱਤਾ ਗਿਆ ਕਿ ਜਿੰਨੀਆਂ ਮਰਜ਼ੀ ਆ ਜਾਣ, ਉਹਦੇ 'ਚੋਂ ਬੈਸਟ 500 ਉੱਪਰਲੀਆਂ ਚੱਕ ਲਓ। ਸੋ ਪਹਿਲਾ ਸਿਸਟਮ ਕੀ ਸੀਗਾ ਕਿ ਜਿਹੜੀਆਂ ਫਸਟ ਇਨ ਫਸਟ ਆਊਟ, ਕਿ ਜਿਹੜੀਆਂ ਪਹਿਲੀਆਂ 500 ਰਿਸੀਵ ਹੋ ਗਈਆਂ ਉੱਥੇ ਕਹਾਣੀ ਰੁਕ ਗਈ। ਉਸ ਤੋਂ ਬਾਅਦ ਆ ਗਿਆ ਬੈਸਟ ਇਨ ਫਸਟ ਆਊਟ, ਕਿ ਜਿਨ੍ਹਾਂ ਦੀ ਰੈਂਕਿੰਗ ਚੰਗੀ ਆ ਚੱਕੇ ਰੈਂਕਿੰਗ ਦੇ ਉੱਪਰ ਹੀ ਜਾਣੇ ਆ। ਸੋ ਡਿਮਾਂਡ ਸਪਲਾਈ ਵਧੇਗੀ, ਡਿਮਾਂਡ ਵਧੇਗੀ, ਸਪਲਾਈ ਉਸ ਤੋਂ ਜ਼ਿਆਦਾ ਵਧੇਗੀ ਔਰ ਇਹ ਸਕੋਰਸ ਫਿਰ ਅਪ ਹੋਣਗੇ। ਬਟ ਫਿਰ ਵੀ ਜਿਹੜੇ ਜਿਨ੍ਹਾਂ ਨੂੰ ਲੱਗਦਾ ਕਿ ਤੁਸੀਂ PR ਪਾਉਣੀ ਚਾਹੀਦੀ ਹੈ ਤੇ ਉਹਨੂੰ ਤੁਸੀਂ ਪਾ ਸਕਦੇ ਹੋ, ਬਿਕੋਜ਼ ਇਹ ਹੋ ਸਕਦਾ ਅੱਜ ਨਹੀਂ ਤਾਂ ਕੱਲ੍ਹ ਕਿਤੇ ਨਾ ਕਿਤੇ, ਬਿਕੋਜ਼ ਇਹ ਮੌਕਾ ਆ ਕੈਨੇਡਾ ਲਈ 3 ਸਾਲ ਲਈ। ਤੁਸੀਂ ਚਾਹੇ ਸਟੂਡੈਂਟਸ ਹੋ ਕੈਨੇਡਾ ਦੇ ਵਿੱਚ, ਚਾਹੇ ਤੁਸੀਂ ਕੋਈ ਵੀ ਪਰਮਿਟ ਦੇ ਉੱਪਰ ਹੋ, ਚਾਹੇ ਤੁਸੀਂ ਨਵਾਂ ਇੱਥੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਪਾਉਣੀ ਹੈ ਐਪਲੀਕੇਸ਼ਨਸ ਦਾ, ਅਗਰ ਇੰਤਜ਼ਾਰ ਕਰਦੇ ਹੋ ਤਾਂ ਜ਼ਰੂਰ ਪਾਓ ਜੀ। ਬਾਕੀ ਤੁਸੀਂ ਜਿਹੜੀ ਫਾਈਲ ਹੈ ਆਪਣੀ ਪ੍ਰੋਸੈਸ ਵਿੱਚ ਜ਼ਰੂਰ ਪਾ ਸਕਦੇ ਹੋ। ਐਂਡ ਅਗਰ ਤੁਹਾਡਾ ਕੋਈ ਹੋਰ ਸਵਾਲ ਹੈ ਇਸ ਟੌਪਿਕ ਦੇ ਮੱਦੇਨਜ਼ਰ, ਤੁਸੀਂ ਸਾਨੂੰ ਸਾਡੇ ਵੀਡੀਓ ਥੱਲੇ ਜ਼ਰੂਰ ਭੇਜ ਸਕਦੇ ਹੋ। ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਜੋ ਪਿਛਲੀ ਵਾਰ ਤੁਸੀਂ ਵੀਡੀਓ ਥੱਲੇ ਕਮੈਂਟਸ ਕੀਤੇ ਨੇ, ਸੋ ਉਹਨਾਂ ਬਾਰੇ ਵੀ ਖੁੱਲ੍ਹ ਕੇ ਗੱਲਾਂ ਬਾਤਾਂ ਅਸੀਂ ਕਰਾਂਗੇ। ਸੋ ਅਗਲੀ ਇੱਕ ਹੋਰ ਖੁਸ਼ਖਬਰੀ ਅਸੀਂ ਕਹਿ ਸਕਦੇ ਹਾਂ ਕਿ ਅਮਰੀਕੀ ਨਾਗਰਿਕ ਜਿਹੜਾ ਬਿੱਲ 2021 ਸੰਸਦ ਵਿੱਚ ਪੇਸ਼ ਕੀਤਾ ਗਿਆ, ਸੋ ਉਹਦੀਆਂ ਖਾਸ ਗੱਲਾਂ ਕੀ ਹੋਣਗੀਆਂ ਕਿ ਅਮਰੀਕਾ ਵੀ ਲੋਕੀ ਹੁਣ ਮੈਂ ਕਹਿੰਦਾ ਭਰ ਕੇ ਟਰੱਕ ਜਾ ਸਕਦੇ ਨੇ। ਅਮਰੀਕਾ ਨੇ ਸ਼ੁਰੂ ਤੋਂ ਦਰਵਾਜ਼ੇ ਖੁੱਲ੍ਹੇ ਰੱਖੇ ਨੇ। ਅਗਰ ਤੁਸੀਂ ਦੇਖੋ, ਅਗਰ ਤੁਸੀਂ ਇੰਡੀਆ ਦੇ TV ਚੈਨਲਸ ਵੇਖੋਗੇ ਤੁਹਾਨੂੰ ਹਮੇਸ਼ਾ ਲੱਗੇਗਾ ਕਿ ਵੀਜ਼ਾਸ ਬਹੁਤ ਟਫ ਨੇ। ਤੁਸੀਂ ਪੰਜਾਬ ਮੇਂ ਲਈ ਉਸੇ ਵੇਖੋਗੇ ਤੁਹਾਨੂੰ ਲੱਗੂਗਾ ਕਿ ਯਾਰ ਸਭ ਕੁਝ ਬਹੁਤ ਸੌਖਾ ਹੈ, ਬਹੁਤ ਈਜ਼ੀ ਹੈ ਜੀ। ਸੋ ਬੇਸਿਕਲੀ ਸਾਡਾ ਕੰਮ ਲਾਅ ਨੂੰ ਦੱਸਣਾ ਹੈ ਕਿ ਐਗਜ਼ੈਕਟਲੀ ਕੀ ਪੋਸੀਬਲ ਹੈ। ਸੋ US ਦੇ ਵਿੱਚ ਅਗਰ ਤੁਸੀਂ ਨੰਬਰਸ ਦੀ ਗੱਲ ਕਰੋ, ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਵੀਜ਼ਾਸ ਇੰਡੀਅਨਸ ਨੂੰ ਦਿੱਤਾ ਜਾਂਦਾ US ਵੱਲੋਂ ਜੀ। ਸੋ ਇਹ ਨੰਬਰਸ ਬੋਲਦੇ ਨੇ, ਸਟੈਟਸ ਬੋਲਦੇ ਆ, ਤੁਸੀਂ ਖੁਦ ਇਹਨੂੰ ਗੂਗਲ ਕਰਕੇ ਚੈੱਕ ਕਰ ਸਕਦੇ ਹੋ। ਬਿਕੋਜ਼ ਅਸੀਂ ਚਾਈਨਾ ਨੂੰ 2018 ਚ ਕ੍ਰਾਸ ਕਰ ਗਏ ਸੀ, ਜਦੋਂ 1 ਮਿਲੀਅਨ ਵੀਜ਼ਾਸ ਇਕੱਲੇ ਇੰਡੀਆ ਨੂੰ ਇਸ਼ੂ ਕੀਤੇ ਸੀ। ਉਸ ਤੋਂ ਪਹਿਲਾਂ 8.5 ਲੱਖ ਵੀਜ਼ਾਸ ਇਸ਼ੂ ਹੋਏ ਸੀ। ਸੋ ਓਬਵੀਅਸਲੀ ਹੁਣ ਜਿਹੜੀ ਬਹੁਤ ਪੁਰਾਣੀ ਡਿਮਾਂਡ ਹੈ, ਉਹ ਜਿਹੜਾ ਇਹ ਨਵਾਂ ਬਿੱਲ ਸੰਸਦ ਦੇ ਵਿੱਚ ਗਿਆ ਆ, ਬਿਕੋਜ਼ ਜੋ ਬਾਈਡਨ ਗਵਰਨਮੈਂਟ ਦਾ ਬਹੁਤ ਜ਼ਿਆਦਾ ਧਿਆਨ, ਜਿਹੜੀ ਸਭ ਤੋਂ ਵੱਧ ਜ਼ੋਰ ਦਿੱਤਾ ਆ ਉਹ ਇਮੀਗ੍ਰੈਂਟਸ ਦੇ ਉੱਪਰ ਹੀ ਦਿੱਤਾ ਗਿਆ, ਕਿਉਂਕਿ ਅਮਰੀਕਾ ਇਮੀਗ੍ਰੈਂਟਸ ਦਾ ਮੁਲਕ ਆ ਸ਼ੁਰੂ ਤੋਂ ਹੀ। ਪੂਰੀ ਦੁਨੀਆ ਤੋਂ ਲੋਕ ਆ ਕੇ ਅਮਰੀਕਾ 'ਚ ਵਸੇ ਨੇ ਔਰ ਇਹ 'ਚ ਕੋਈ ਅਤਕਥਨੀ ਨਹੀਂ ਕਿ ਇਹ ਪੂਰੀ ਦੁਨੀਆ ਦਾ ਸਾਂਝਾ ਮੁਲਕ ਹੈ। ਸੋ ਇਸ ਕਰਕੇ ਇਮੀਗ੍ਰੇਸ਼ਨ ਦੇ ਉੱਪਰ ਖਾਸ ਤਵੱਜੋ ਆ, ਖਾਸ ਧਿਆਨ ਆ। ਸੋ ਜਿੱਦਾਂ ਹੀ ਅਨਾਊਂਸਮੈਂਟ ਕੀਤੀ ਹੈ ਕਿ ਅਸੀਂ ਜਿਹੜੀਆਂ ਫਾਸਟਰ ਵੀਜ਼ਾ ਪ੍ਰੋਸੈਸ ਕਰਾਂਗੇ, ਉਹਦੇ ਨਾਲ ਉਮੀਦ ਹੈ ਕਿ ਇੱਕ ਬਹੁਤ ਲੰਮੇ ਸਮੇਂ ਤੋਂ ਇੱਕ ਉਮੀਦ ਆ ਜਾਂ ਇੱਕ ਡਿਮਾਂਡ ਹੈ ਕਿ ਜਿਹੜੇ H1 ਜਿਹੜੇ ਹੋਲਡਰਸ ਨੇ, ਜਿਹੜੇ ਡਿਪੈਂਡੈਂਟ ਫੈਮਲੀਜ਼ ਨੇ, ਉਹ ਜਿੰਨੀਆਂ ਵੀ ਡਿਪੈਂਡੈਂਟ ਫੈਮਲੀਜ਼ ਨੇ ਵੀਜ਼ਾ ਕੈਟਾਗਰੀ ਦੀਆਂ, ਉਹਨਾਂ ਨੂੰ ਕੰਮ ਕਰਨੇ ਅਲਾਉਡ ਨਹੀਂ ਆ, ਚਾਹੇ ਉਹ F1 ਹੋ ਗਏ ਜਾਂ H1 ਹੋ ਗਏ। ਸੋ ਮੰਨਿਆ ਇਹ ਜਾਂਦਾ ਕਿ ਅਗਰ ਸਪਾਊਸ ਲਿਆਕਤ ਵਾਲਾ ਹੈ ਤੇ ਉਹਦਾ ਪਾਰਟਨਰ ਵੀ ਲਿਆਕਤ ਵਾਲਾ ਆ, ਉਹ ਅਮਰੀਕਾ ਲਈ ਇੱਕ ਯੂਜ਼ਫੁਲ ਰਿਸੋਰਸ ਹੋ ਸਕਦਾ ਹੈ ਕਿ ਇੱਕ ਅਸੀਂ ਉਹਨੂੰ ਅਨਇੰਪਲੋਏ ਕਰਕੇ ਘਰ ਬਿਠਾ ਲਿਆ, ਦੂਸਰਾ ਹੈ ਕਿ ਉਹਨੂੰ ਅਸੀਂ ਐਜ਼ ਅ ਯੂਜ਼ਫੁਲ ਰਿਸੋਰਸ ਵੇਖਿਆ ਕਿ ਸਾਡੇ ਕੰਟਰੀ 'ਚ ਤਾਂ ਆਇਆ ਹੀ ਹੋਇਆ। ਸੋ ਘਰ ਬਹਿਣ ਦੀ ਥਾਂ ਤੇ ਅਗਰ ਉਹ ਇਕਨੋਮੀ ਨੂੰ ਕੰਟਰੀਬਿਊਟ ਕਰ ਸਕਦਾ ਤੇ ਵਾਈ ਨਾਟ, ਇਹ 'ਚ ਮਾੜਾ ਕੀ ਹੈ। ਸੋ ਇਹਨਾਂ ਦੇ ਕੋਲ ਕੰਮ ਕਰਨ ਦੇ ਲੀਗਲ ਰਾਈਟਸ ਹੋ ਸਕਦਾ ਇਸ ਬਿੱਲ ਦੇ ਵਿੱਚ ਆ ਜਾਣ, ਔਰ ਉਮੀਦ ਕਰਦੇ ਹਾਂ ਕਿ ਸ਼ਾਇਦ ਜੋ ਅਸੀਂ ਨਹੀਂ ਸੋਚਿਆ ਉਹ ਵੀ ਕੁਝ ਚੀਜ਼ਾਂ ਇਸ ਬਿੱਲ ਦੇ ਵਿੱਚ ਆ ਜਾਣ। ਬਿਕੋਜ਼ ਜੋ ਬਾਈਡਨ ਗਵਰਨਮੈਂਟ ਦਾ ਸਭ ਤੋਂ ਵੱਧ ਜਿਹੜਾ ਧਿਆਨ ਹੈ ਉਹ ਸਿਰਫ ਤੇ ਸਿਰਫ ਇਮੀਗ੍ਰੇਸ਼ਨ ਦੇ ਉੱਪਰ ਆ, ਔਰ ਇਸੇ ਕਰਕੇ ਤੁਸੀਂ ਜਿਹੜੇ ਪਹਿਲੇ 45 ਫੈਸਲੇ ਸੁਣੇ ਸੀ ਜਿਹੜੇ ਇੱਕ ਵੀਕ ਦੇ ਵਿੱਚ ਉਹ 'ਚੋਂ ਮੈਜੋਰਟੀ ਜਿਹੜੇ ਫੈਸਲੇ ਸੀ ਉਹ ਇਮੀਗ੍ਰੇਸ਼ਨ ਦੇ ਖੇਤਰ ਦੇ ਨਾਲ ਸੰਬੰਧਿਤ ਸੀਗੇ। ਸੋ ਉਮੀਦ ਕਰਦੇ ਹਾਂ ਕੁਝ ਬਹੁਤ ਕੁਝ ਸਟੋਰ ਦੇ ਵਿੱਚ ਹੋਰ ਚੰਗਾ ਹੋਏਗਾ ਤੁਹਾਡੇ ਲਈ ਜੀ। ਹੁਣ ਤੱਕ ਜੋ ਖਬਰਾਂ ਸਾਹਮਣੇ ਆ ਰਹੀਆਂ ਅਰਵਿੰਦਰਪਾਲ ਜੀ, ਉਹਨਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀ ਪਾਬੰਦੀ ਸੀਗੀ ਕਾਫੀ ਮੁਲਕਾਂ ਤੇ ਲਗਾਈ ਸੀਗੀ ਕਿ ਜਿਹੜਾ H1B ਵੀਜ਼ਾ ਹੈ ਉਹਦੇ ਵਿੱਚ ਪਾਬੰਦੀ, ਕਾਫੀ ਸਾਰੇ ਦੇਸ਼ਾਂ ਨੂੰ ਉਹਨਾਂ ਪਾਬੰਦੀਆਂ ਤੋਂ ਬਾਹਰ ਕੱਢਿਆ ਜਾਏਗਾ। ਜਿਹੜਾ ਟਾਈਮ ਬੜਾ ਬਹੁਤ ਜ਼ਿਆਦਾ ਲੱਗਦਾ ਸੀਗਾ ਉਹਦੇ ਵਿੱਚ ਕਾਫੀ ਛੋਟ ਮਿਲੇਗੀ। ਸੋ H1B ਵੀਜ਼ਾ ਜਿਹੜੇ ਵਾਲੇ ਨੇ ਉਹਨਾਂ ਨੂੰ ਕਾਫੀ ਸਾਰੀ ਮੈਂ ਕਹਿੰਦਾ ਬੈਨੀਫਿਟ ਜਿਹੜੇ ਨੇ ਉਹ ਸ਼ਾਇਦ ਜਲਦੀ ਹੋਣ ਜਾ ਰਹੇ ਨੇ। ਹਾਂ, ਇਹਦੇ 'ਚ ਇੱਕ ਹੋਰ ਚੀਜ਼ ਆ ਕਿ ਇੰਡੀਆ ਤੋਂ ਜਿਹੜੇ H1 ਦੀਆਂ ਐਪਲੀਕੇਸ਼ਨਸ ਨਹੀਂ ਬਿਕੋਜ਼ ਇੰਡੀਆ ਤੋਂ ਬੰਦ ਨਹੀਂ ਹੋਈਆਂ ਸੀਗੀਆਂ, ਇੰਡੀਆ ਤੋਂ H1 ਐਪਲੀਕੇਸ਼ਨਸ ਚੱਲਦੀਆਂ ਸੀ। ਸੋ ਉਹਦਾ ਨੰਬਰ ਵੀ ਇਨਕਰੀਜ਼ ਕੀਤਾ ਗਿਆ, ਔਰ ਇੰਡੀਆ ਹਮੇਸ਼ਾ ਟਰਸਟਡ ਪਾਰਟਨਰ ਰਿਹਾ ਇਨ ਟਰਮਸ ਆਫ ਸਪਲਾਈਂਗ ਇੰਟੈਲੈਕਚੁਅਲ ਪੀਪਲ। ਸੋ IT ਵਾਲੇ ਜਿੰਨੇ ਪ੍ਰੋਫੈਸ਼ਨਲਸ ਨੇ, ਸੋ ਉਹ ਸਾਰਾ ਇੰਟੈਲੈਕਟ ਜਿਹੜਾ ਉਹ ਇੰਡੀਆ ਤੋਂ ਹੀ ਸਪਲਾਈ ਹੋਇਆ ਹੈ। ਤੁਸੀਂ ਅੱਜ ਵੀ ਵੇਖੋ ਬਹੁਤ ਸਾਰੀਆਂ MNCs US ਦੇ ਵਿੱਚ ਨੇ, ਉਹਨਾਂ ਦੇ CEO ਇੰਡੀਅਨਸ ਨੇ। ਸੋ ਲਿਆਕਤ ਦਾ ਬੋਲਬਾਲਾ ਆ। ਸੋ ਅਗਰ ਤੁਸੀਂ ਇੰਡੀਅਨਸ ਦੀ ਗ੍ਰੈਜੂਏਸ਼ਨ ਦੀ ਪਰਸੈਂਟੇਜ ਵੇਖੋਗੇ ਤਾਂ ਸਭ ਤੋਂ ਵੱਧ ਇੱਕ ਵੱਡਾ ਤਬਕਾ ਹੈ ਕਿ ਇੰਡੀਅਨ ਸਭ ਤੋਂ ਵੱਧ ਗ੍ਰੈਜੂਏਟਸ ਨੇ ਉੱਥੇ ਅਮਰੀਕਾ ਦੇ ਵਿੱਚ। ਔਰ ਅਗਰ ਤੁਸੀਂ ਸੈਲਰੀਜ਼ ਇਨ ਟਰਮਸ ਆਫ ਮੇਕਿੰਗ ਮਨੀ ਵੇਖੋਗੇ ਤਾਂ ਇੰਡੀਅਨਸ ਲੋਕਲਸ ਅਮਰੀਕਨਸ ਜਿਹਨੂੰ ਅਸੀਂ ਕਹਿੰਦੇ ਹਾਂ, ਅਗਰ ਉਹਨਾਂ ਦੀ ਤੁਲਨਾ ਨਾਲ ਤੁਸੀਂ ਇਕੱਲੇ ਇੰਡੀਅਨਸ ਨਾਲ ਕਰੋਗੇ ਤਾਂ ਇਹਨਾਂ ਦੀ ਇਨਕਮ ਲਗਭਗ 1.5 ਤੋਂ ਦੁੱਗਣੀ ਆ
ਜੀ। ਸੋ ਇੰਡੀਅਨ ਕਮਿਊਨਿਟੀਜ਼ ਦਾ ਉੱਥੇ ਚੰਗਾ ਸਵਾਗਤ ਹੈ ਔਰ ਇਸੇ ਕਰਕੇ ਉਮੀਦ ਕਰਦੇ ਹਾਂ ਕਿ ਲਿਆਕਤ ਨੂੰ ਹੋਰ ਬਲ ਦਿੱਤਾ ਗਿਆ। ਸੋ ਇਸ ਬਿੱਲ ਦੇ ਵਿੱਚ ਉਮੀਦ ਕਰਦੇ ਹਾਂ ਕਿ ਸਾਡੇ ਕੋਲ ਜਿਹੜੇ ਨੰਬਰਸ ਆ H1 ਦੇ ਹੋਰ ਗਰੋ ਹੋਣ। ਸੋ ਦੋਸਤੋ, ਹੁਣ ਅਸੀਂ ਗੱਲ ਕਰ ਰਹੇ ਸੀ ਕਿ ਅਮਰੀਕਾ ਤੇ ਕੈਨੇਡਾ ਦੀਆਂ, ਪਰ ਹੁਣ ਵੇਲਾ ਹੋ ਚੁੱਕਾ ਜਿਹੜੇ ਸਵਾਲ ਜਵਾਬ ਜਿਹੜੇ ਲੋਕੀ ਪੁੱਛਦੇ ਨੇ ਸਾਨੂੰ YouTube ਸਾਡੀ ਵੀਡੀਓ ਥੱਲੇ ਆ ਕੇ। ਸੋ ਪਹਿਲਾ ਸਵਾਲ ਅਸੀਂ ਕਹਿ ਸਕਦੇ ਹਾਂ ਕਿ ਪੇਰੈਂਟਸ ਨੇ ਪੁੱਛਿਆ ਕਿ ਉਹਨਾਂ ਦਾ ਬੱਚਾ ਜਿਹੜਾ ਹੈ 4 ਸਾਲਾਂ ਤੋਂ ਕੈਨੇਡਾ ਵਿੱਚ ਹੀ ਹਨ, ਉੱਥੇ ਇੱਕ ਡਿਗਰੀ ਪੜ੍ਹ ਰਿਹਾ ਸੀਗਾ, ਉੱਥੇ ਇੱਕ ਸਟੱਡੀ ਕਰ ਰਿਹਾ ਸੀਗਾ ਜੋ ਕਿ ਇਨਕੰਪਲੀਟ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਡਿਗਰੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਉਹ ਵੀ ਜਿਹੜੀ ਹੈ ਨਹੀਂ ਕੰਪਲੀਟ ਹੁੰਦੀ। ਮੀਨਸ ਦੋਨੋਂ ਟਾਈਮ ਬੱਚਾ ਯੂਨੀਵਰਸਿਟੀ 'ਚ ਗਿਆ, ਫਿਰ ਉਹਨੇ ਯੂਨੀਵਰਸਿਟੀ ਚੇਂਜ ਕੀਤੀ। ਜੀ ਯੂਨੀਵਰਸਿਟੀ ਚੇਂਜ ਕੀਤੀ, ਆਪਣੀ ਡਿਗਰੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਸੌਖੀ ਸਬਜੈਕਟ ਲੈਣ ਦੀ ਕੋਸ਼ਿਸ਼ ਕੀਤੀ, ਉਹ ਵੀ ਚੀਜ਼ ਜਿਹੜੀ ਹੈ ਨਹੀਂ ਹੋਈ। ਐਂਡ ਸੇਮ ਟਾਈਮ 'ਤੇ ਜਿਹੜਾ ਉਹਨਾਂ ਦਾ ਵੀਜ਼ਾ ਹੈ ਜਿਹੜਾ ਉਹਨਾਂ ਦਾ ਘਟਦਾ ਜਾ ਰਿਹਾ, ਸੋ ਉਹਨਾਂ ਨੇ ਵੀਜ਼ਾ ਦੁਬਾਰਾ ਉਹਨਾਂ ਨੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਜਿਹੜਾ ਜਵਾਬ ਹੈ ਉਸਨੂੰ ਸਹੀ ਤਰ੍ਹਾਂ ਨਹੀਂ ਮਿਲਿਆ, ਯਾਨੀ ਕਿ ਉਹਨਾਂ ਨੂੰ ਵੀਜ਼ਾ ਨਹੀਂ ਆਇਆ। ਸੋ ਕੀ ਉਹਨਾਂ ਨੂੰ ਡਰ ਲੱਗ ਰਿਹਾ ਕਿ ਕੀ ਉਹਨਾਂ ਨੂੰ ਕੱਢ ਦਿੱਤਾ ਜਾਏਗਾ ਜਾਂ ਫਿਰ ਇਲੀਗਲ ਹੋ ਜਾਣਗੇ ਜਾਂ ਕੁਝ ਕਰ ਸਕਦੇ ਨੇ ਇਸ ਕੇਸ ਵਿੱਚ। ਅਸਲ 'ਚ ਕੀ ਹੈ ਕਿ ਬੇਸਿਕਲੀ ਜਿੱਦਾਂ ਮੈਂ ਸਮਝ ਪਾ ਰਿਹਾ ਕਿ ਸਟੂਡੈਂਟ ਯੂਨੀਵਰਸਿਟੀ ਗਿਆ ਇੱਥੋਂ 4 ਸਾਲ ਦੀ ਡਿਗਰੀ ਲਈ ਔਰ ਉਹਨੂੰ ਕੰਪਲੀਟ ਨਹੀਂ ਹੋਈ, ਕੋਈ ਸਮਾਂ ਲਾ ਕੇ 2-2.5 ਸਾਲ ਬਾਅਦ ਛੱਡਦੀ, ਫਿਰ ਦੈਨ ਹੀ ਸਵਿਚ ਟੂ ਅਨਦਰ ਯੂਨੀਵਰਸਿਟੀ ਫॉर ਅ ਡਿਗਰੀ, ਫਿਰ ਉਹਨੇ ਉਹ ਵੀ ਕੰਪਲੀਟ ਨਹੀਂ ਕੀਤੀ, ਛੱਡਦੀ। ਸੋ 3-4 ਸਾਲ ਦਾ ਸਮਾਂ ਹੋਏਗਾ ਉਹਨੂੰ ਉੱਥੇ ਰਹਿੰਦਿਆਂ ਨੂੰ। ਇਨ ਦਾ ਮੀਨ ਟਾਈਮ ਉਹਦਾ ਐਕਸਪਾਇਰ ਹੋਇਆ ਵੀਜ਼ਾ ਐਂਡ ਹੀ ਸਬਮਿਟਡ ਫॉर ਦਾ ਐਕਸਟੈਂਸ਼ਨ, ਜਿਹਦਾ ਹਾਲੇ ਰਿਜ਼ਲਟ ਨਹੀਂ ਆਇਆ। ਓਕੇ, ਸੋ ਇਸ ਕੇਸ ਦੇ ਵਿੱਚ ਅਗਰ ਤੁਹਾਡਾ ਇਹ ਪੋਜੀਸ਼ਨ ਹੈ, ਬੇਸਿਕਲੀ ਪਹਿਲੀ ਗੱਲ ਤਾਂ ਜਿੰਨੇ ਇੰਡੀਆ ਤੋਂ ਸਟੂਡੈਂਟਸ ਜਾਂਦੇ ਨੇ ਮੈਜੋਰਟੀ ਆਫ ਦੈਮ ਉਹ ਯੂਨੀਵਰਸਿਟੀ ਨਹੀਂ ਜਾਂਦੇ ਜੀ, ਬਿਕੋਜ਼ US ਵਿੱਚ ਸਟੂਡੈਂਟਸ ਜਾਂਦੇ ਆ ਯੂਨੀਵਰਸਿਟੀ ਡਿਗਰੀ ਲਈ ਜਾਂਦੇ ਆ, ਕੈਨੇਡਾ ਜਾਂਦੇ ਆ ਸਿਰਫ 2 ਸਾਲ ਦੇ ਡਿਪਲੋਮਾ ਲਈ। ਸੋ ਕੈਨੇਡਾ ਅਗਰ ਚੂਜ਼ ਕਰਦੇ ਹੋ ਟਰਾਈ, ਅਗਰ ਤੁਸੀਂ ਬਹੁਤ ਬ੍ਰਿਲੀਅੰਟ ਸਟੂਡੈਂਟ ਨਹੀਂ ਹੋ, ਲਾਈਕ ਤੁਸੀਂ ਔਰ PR ਪਾਉਣਾ ਤੁਹਾਡਾ ਮੇਨ ਮਕਸਦ ਹੈ, 2 ਸਾਲ ਦੀ ਪੜ੍ਹਾਈ ਕਰੋ, ਉਸ ਤੋਂ ਬਾਅਦ 3 ਸਾਲਾਂ ਦਾ ਵਰਕ ਪਰਮਿਟ ਲੀਗਲ ਰਾਈਟ ਹੈ। ਸੋ ਤੁਹਾਡੇ ਕੋਲ 3 ਸਾਲ ਦਾ ਵਰਕ ਪਰਮਿਟ ਆ, ਤੁਸੀਂ ਇਸ ਤੋਂ ਬਾਅਦ PR ਬਹੁਤ ਆਸਾਨ ਹੈ। ਸੋ ਪਰ ਇਹ ਸਬਜੈਕਟ ਟੂ ਕੰਪਲੀਸ਼ਨ ਆਫ ਯਰ ਪ੍ਰੋਗਰਾਮ, ਅਗਰ ਪ੍ਰੋਗਰਾਮ ਕੰਪਲੀਟ ਨਹੀਂ ਹੈ ਫਿਰ ਦਿੱਕਤ ਹੈ। ਸੋ ਅਗਰ ਇਹ ਸਟੂਡੈਂਟ ਯੂਨੀਵਰਸਿਟੀ ਗਿਆ, ਆਬਵੀਅਸਲੀ ਸਟੂਡੈਂਟਸ ਬਿਕੋਜ਼ ਇੰਡੀਅਨ ਸਾਡਾ ਮਾਈਂਡ ਸੈਟ ਬੈਕ ਇੱਦਾਂ ਦਾ ਹੈ ਕਿ ਅਸੀਂ ਡਿਗਰੀ ਓਰੀਐਂਟਡ ਜ਼ਿਆਦਾ ਲੋਕ ਹਾਂ, ਅਸੀਂ ਮੰਨਦੇ ਨਹੀਂ ਕਿ ਅਸੀਂ ਮਤਲਬ ਡਿਪਲੋਮਾ ਕਰਨਾ ਥੋੜ੍ਹੀ ਦੇਰ, ਨਹੀਂ ਇਹ ਤਾਂ ਬਹੁਤ ਅੱਛਾ ਬੱਚਾ ਹੈ ਤਾਂ ਡਿਗਰੀ ਲਈ ਜਾਏਗਾ। ਸੋ ਕਾਈਂਡ ਆਫ ਪੇਰੈਂਟਸ ਦਾ ਪ੍ਰੈਸ਼ਰ ਵੀ ਹੁੰਦਾ ਕਈ ਵਾਰੀ। ਸੋ ਅਗਰ ਕੈਨੇਡਾ ਜਾ ਰਹੇ ਹੋ, ਕੈਨੇਡਾ PR ਨੂੰ ਮੁੱਖ ਰੱਖੋ ਔਰ ਪੜ੍ਹਾਈ ਯੈਸ ਜ਼ਰੂਰ ਕਰੋ, ਚੰਗੀ ਡਿਪਲੋਮਾ ਕਰੋ, ਆਪਣੀ ਜਿੱਧਰ ਇੰਟਰਸਟ ਹੈ ਉਹ ਜ਼ਰੂਰ ਪੜ੍ਹੋ। ਅਗਰ ਤੁਸੀਂ ਸਪੋਜ਼ ਕਰੋ ਇੰਜੀਨੀਅਰਿੰਗ ਜਾਂ ਇਹੋ ਜਿਹੇ ਕੋਈ ਪ੍ਰੋਗਰਾਮਸ ਲਏ ਆ, ਨਹੀਂ ਉਹ 'ਚ ਕੰਪਲੀਟ ਹੋਏ, ਫਰਦਰ ਤੁਸੀਂ ਕੋਈ ਵੀ ਜਿਹੜਾ ਸੈਕੰਡ ਵੀ ਤੁਸੀਂ ਲਏ, ਸਪੋਜ਼ ਕੋਈ ਮੈਨੇਜਮੈਂਟ ਲੈ, ਵਟ ਐਵਰ ਪ੍ਰੋਗਰਾਮ ਤੁਸੀਂ ਚੂਜ਼ ਕੀਤੇ ਨਹੀਂ ਕੰਪਲੀਟ ਹੋਏ, ਸਭ ਤੋਂ ਪਹਿਲਾ ਕੰਮ ਹੈ ਕਿ ਤੁਸੀਂ ਆਪਣਾ ਵਰਕ ਪਰਮਿਟ ਜ਼ਰੂਰ ਲੈਣਾ ਆ ਜੀ। ਸੋ ਅਗਰ ਤੁਸੀਂ ਕੁਝ ਕ੍ਰੈਡਿਟ ਉਹਦੇ ਅਰਨ ਕਰ ਸਕਦੇ ਹੋ ਤਾਂ ਬਹੁਤ ਵਧੀਆ, ਨਹੀਂ ਤਾਂ ਅਗਰ ਕੁਝ ਵੀ ਅਰਨ ਨਹੀਂ ਹੈਗਾ ਵੀ ਪਿਛਲਾ ਸਾਰਾ ਕੁਝ ਜਿਹੜਾ ਖਤਮ ਹੋ ਗਿਆ ਜਾਂ ਬੈਕਲੌਗ ਹੀ ਹੈ ਸਾਰਾ, ਸੋ ਕੋਈ ਕਿਸੇ ਨਾ ਕਿਸੇ ਵੋਕੇਸ਼ਨਲ ਪ੍ਰੋਗਰਾਮ ਦੇ ਵਿੱਚ ਜਿਹੜੇ ਸਕਿੱਲਸ ਦੇ ਵਿੱਚ ਨੇ, ਸੋ ਵੋਕੇਸ਼ਨਲ ਪ੍ਰੋਗਰਾਮ ਜਿਹਦੇ 'ਚ ਸਟੂਡੈਂਟ ਕੋਈ ਹੱਥੀਂ ਕੰਮ ਕਰਨਾ ਜਾਣਦੇ ਨੇ, ਸੋ ਇਹੋ ਜਿਹੇ ਪ੍ਰੋਗਰਾਮ ਵਿੱਚ ਆਪਣੇ ਕੋਈ ਸਪੋਜ਼ ਕਰੋ ਕੁਕਿੰਗ, ਬੇਕਿੰਗ, ਚਾਹੇ ਮਤਲਬ ਤੁਸੀਂ ਕੋਈ ਵੀ ਸਕਿੱਲ ਦੇ ਵਿੱਚ ਜਾ ਸਕਦੇ ਹੋ। ਸੋ ਕਮ ਸੇ ਕਮ ਆਪਣਾ 2 ਸਾਲ ਦਾ ਜਿਹੜਾ ਡਿਪਲੋਮਾ ਕੰਪਲੀਟ ਜ਼ਰੂਰ ਕਰੋ। ਸੋ ਇਸ ਪ੍ਰੋਗਰਾਮਸ ਤੁਸੀਂ ਲੋਕਲ ਤੁਹਾਨੂੰ ਈਜ਼ੀਲੀ ਮਿਲ ਜਾਣੇ, ਐਜ਼ ਅ ਲੋਕਲ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਲੋਕਲ ਖੁਦ ਸਰਚ ਕਰ ਸਕਦੇ ਹੋ। ਇਨ ਕੇਸ ਕੋਈ ਦਿੱਕਤ ਆਉਂਦੀ ਹੈ ਤੁਸੀਂ ਅਗੇਨ ਸਾਨੂੰ ਪੁੱਛ ਸਕਦੇ ਹੋ, ਵੀ ਕੈਨ ਆਲਸੋ ਅਸਿਸਟ ਇਨ ਦੈਟ। ਸੋ ਆਪਣਾ ਕਾਲਜ ਚੇਂਜ ਕਰੋ, ਕਾਲਜ ਸੌਖਾ ਜਿਹਾ ਕਾਲਜ ਲਓ, ਸੌਖਾ ਜਿਹਾ ਪ੍ਰੋਗਰਾਮ ਲਓ, ਆਪਣਾ ਡਿਪਲੋਮਾ ਕੰਪਲੀਟ ਕਰੋ ਔਰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਦੱਸਣ ਦੀ ਲੋੜ ਪੈਣੀ, ਬਿਕੋਜ਼ ਵੰਸ ਯੂ ਹੈਵ ਵਰਕ ਪਰਮਿਟ 3 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਹੈ ਤੁਸੀਂ ਜੌਬਸ ਦੇ ਲਈ। ਦੂਸਰਾ ਸਵਾਲ ਸੀ ਤੁਹਾਡਾ ਕਿ ਜਿਹੜੇ 'ਚ ਤੁਸੀਂ ਪੁੱਛਿਆ ਕਿ ਮੈਂ ਉੱਥੇ ਆਪਣਾ ਲੀਗੈਲਿਟੀ ਤੁਸੀਂ ਆਪਣਾ ਵੀਜ਼ਾ ਐਕਸਟੈਂਸ਼ਨ ਲਈ ਪਾਇਆ, ਬਟ ਉਹ ਕਾਫੀ ਸਮਾਂ ਹੋਇਆ, ਉਹਦਾ ਆਊਟਕਮ ਨਹੀਂ ਆਇਆ। ਸੋ ਯੂ ਡਿਡ ਯੂਅਰ ਜੌਬ, ਤੁਹਾਡਾ ਕੰਮ ਇੰਨਾ ਹੀ ਸੀ। ਕੋਵਿਡ ਦੇ ਵਿੱਚ ਚੀਜ਼ਾਂ, ਇਸ ਸਮੇਂ ਦੇ ਵਿੱਚ ਚੀਜ਼ਾਂ ਉਸ ਤਰੀਕੇ ਨਾਲ ਨਹੀਂ ਆ ਐਜ਼ ਪਲੈਨਡ ਕਿ ਜਿੱਦਾਂ ਤੁਸੀਂ ਸੋਚਦੇ ਹੋ ਕਿ ਮੈਂ ਆਹ 4 ਦਿਨ 'ਚ ਜਵਾਬ ਆਉਣਾ ਸੀ ਜਾਂ 2 ਹਫ਼ਤਿਆਂ 'ਚ ਜਵਾਬ ਆਉਣਾ ਸੀ, ਹੁਣ ਇਹ ਨਹੀਂ ਆ। ਹੁਣ ਟਾਈਮ ਅਨਸਰਟਨ ਨੇ ਬਿਕੋਜ਼ ਔਨ ਐਂਡ ਆਫ ਵਰਕਿੰਗ ਹੈ ਜਿਹੜੀ ਹੋਮ ਆਫਿਸਿਸ ਦੀ ਵੀ। ਸੋ ਤੁਹਾਡਾ ਕੰਮ ਸਿਰਫ ਇੰਨਾ ਸੀਗਾ ਕਿ ਤੁਸੀਂ ਲੀਗੈਲਿਟੀ 'ਚ ਰਹਿਣਾ ਹੈ, ਲੀਗਲ ਰਹਿਣਾ ਹੈ, ਤੁਸੀਂ ਉੱਥੋਂ ਦੀ ਗਵਰਨਮੈਂਟ ਨੂੰ ਦੱਸਣਾ ਸੀ। ਸਿਰਫ 2 ਚੀਜ਼ਾਂ ਦਾ ਖਿਆਲ ਰੱਖਣਾ ਜਿਹੜੀਆਂ ਕਦੀ ਨਾ ਹੋਣ। ਅਗਰ ਤੁਹਾਡਾ ਵੀਜ਼ਾ ਦਾ 2-4 ਦਿਨ ਉੱਪਰ ਥੱਲੇ ਵੀ ਹੋ ਗਏ, ਈਵਨ ਦੈਨ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਓਫੈਂਸਿਵ ਨਜ਼ਰ ਨਾਲ ਨਹੀਂ ਵੇਖਿਆ ਜਾਏਗਾ ਕਿ ਤੁਸੀਂ ਕੋਈ ਓਫੈਂਸ ਕੀਤਾ ਹੈ। ਸਿਰਫ 2 ਚੀਜ਼ਾਂ ਦਾ ਖਿਆਲ ਰੱਖਣਾ ਹੈ। ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਤੁਸੀਂ ਬਿਲਕੁਲ ਦਰੁਸਤ ਦੇਣੀ ਆ, ਕੋਈ ਵੀ ਚੀਜ਼ ਉਹਦੇ ਲੁਕਾਉਣੀ ਨਹੀਂ ਆ। ਔਰ ਦੂਸਰੀ ਚੀਜ਼ ਆ, ਕਦੀ ਵੀ ਅੰਬੈਸੀ ਨੂੰ ਜਾਂ ਇਮੀਗ੍ਰੇਸ਼ਨ ਨੂੰ ਜਾਂ ਹੋਮ ਆਫਿਸ ਨੂੰ ਫੂਲ ਨਹੀਂ ਕਰਨ ਦੀ ਟਰਾਈ ਕਰਨੀ ਕਿ ਇਹਨੂੰ ਬੋਲਦੇ ਨੇ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ।
ਸੋ ਅਦਰਵਾਈਜ਼ ਕੈਨੇਡਾ ਵਰਗੇ ਮੁਲਕ ਆ, ਤੁਸੀਂ ਇੱਥੋਂ ਸ਼ਾਇਦ ਹੀ ਕੋਈ ਵਾਪਸ ਜਾਂਦਾ ਵੇਖਿਆ ਹੋਊਗਾ। ਔਰ ਅਸੀਂ ਇਹਨੂੰ ਹਮੇਸ਼ਾ ਕਹਿੰਦੇ ਕਿ ਬਾਈ 1 ਗੈਟ 1 ਫ੍ਰੀ, ਵੀ ਇੱਕ ਲਓ ਤਾਂ ਦੂਜਾ ਵੀ ਨਾਲ ਹਾਜ਼ਰ ਕਰ ਦਿੰਦੇ ਨੇ। ਸੋ ਇਨ ਕੇਸ ਤੁਸੀਂ ਕੋਈ ਚੀਜ਼ ਨੂੰ ਕੁਛ ਨਾ ਕੁਛ ਪੁੱਠੇ ਦੇ ਤਰੀਕੇ ਨਾਲ ਸ਼ੋ ਅਪ ਕੀਤਾ ਆ, ਦੈਨ ਅੰਬੈਸੀਜ਼ ਜਾਂ ਹਾਈ ਕਮਿਸ਼ਨਸ ਦੇ ਹੈਵ ਜ਼ੀਰੋ ਟੋਲਰੈਂਸ ਪਾਲਿਸੀ। ਸੋ ਇਸ ਚੀਜ਼ ਦਾ ਖਿਆਲ ਰੱਖਣਾ ਕਿ ਕੋਈ ਚੀਜ਼ ਲਾਈਕ ਮੈਨੂਪਲੇਟ ਘੱਟ ਕਰੋ। ਹਾਂ, ਇਨਫੋਰਮੇਸ਼ਨ ਦੇਤੀ ਆ, ਯੂ ਡਿਡ ਯਰ ਜੌਬ, ਹੁਣ ਤੁਹਾਨੂੰ ਹੋਮ ਆਫਿਸ ਤੋਂ ਰਿਪਲਾਈ ਆਏਗੀ ਔਰ ਤੁਹਾਡਾ ਵੀਜ਼ਾ ਐਕਸਟੈਂਸ਼ਨ ਹੋ ਜਾਏਗਾ। ਨਹੀਂ ਹੋ ਰਿਹਾ ਤੇ ਆਪਣੀ ਨਾਲ ਨਵਾਂ ਕਾਲਜ ਲੈ ਕੇ ਫਿਰ ਉਹਨੂੰ ਐਕਸਟੈਂਸ਼ਨ ਲਈ ਪਾ ਲਓ, ਬੜੇ ਆਰਾਮ ਨਾਲ ਵੀਜ਼ਾ ਮਿਲ ਜਾਏਗਾ। ਸੋ ਅਰਵਿੰਦਰਪਾਲ ਜੀ, ਅਗਲਾ ਸਵਾਲ ਜੋ ਦੋਸਤ ਸਾਨੂੰ ਕਮੈਂਟ ਰਾਹੀਂ ਪੁੱਛ ਰਹੇ ਨੇ ਕਿ ਪਿਛਲੀ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀਗਾ ਕਿ ਯੂਕੇ ਲੋਕ ਜਿਹੜੇ ਨੇ ਕਿਵੇਂ ਜਾ ਸਕਦੇ ਨੇ, ਨਵੀਂ ਇਮੀਗ੍ਰੇਸ਼ਨ ਪਾਲਿਸੀ ਕੀ ਕਹਿੰਦੀ ਹੈ, ਕਿਵੇਂ ਲੋਕ ਉੱਥੇ ਢੁੱਕ ਸਕਦੇ ਨੇ, ਜਿਹੜਾ ਕੁਆਰੰਟੀਨ ਸਮਾਂ ਉਹ ਕਿਵੇਂ ਲੱਗ ਰਿਹਾ ਹੈ, ਸਭ ਕੁਝ ਪ੍ਰੋਸੈਸ ਜਿਹੜਾ ਨੇ ਯੂਕੇ ਦਾ ਪੁੱਛ ਰਹੇ ਨੇ। ਯੂਕੇ ਫਿਲਹਾਲ ਸਵਾਏ ਸਟੂਡੈਂਟਸ ਤੋਂ ਬਹੁਤ ਜ਼ਿਆਦਾ ਮੂਵਮੈਂਟ ਨਹੀਂ ਹੈਗੀ। ਸਟੂਡੈਂਟਸ ਜਾ ਰਹੇ ਨੇ, ਰੈਗੂਲਰ ਵੀਜ਼ਾਸ ਆ ਰਹੇ ਆ, ਅੰਬੈਸੀਜ਼ ਵੀਜ਼ਾ ਡਿਲੀਵਰ ਕਰ ਰਹੀਆਂ ਨੇ, ਪਾਸਪੋਰਟ ਸਟੂਡੈਂਟਸ ਨੂੰ ਮਿਲ ਰਹੇ ਨੇ, ਅੰਬੈਸੀਜ਼ VFS ਸਭ ਕੁਝ ਓਪਨ ਹੈ, ਫਲਾਈਟਸ ਓਪਨ ਹੈ, ਮਤਲਬ ਫਲਾਈਟਾਂ ਵੀ ਸਾਰੀਆਂ ਚੱਲ ਰਹੀਆਂ ਯੂਕੇ ਨੇ। ਯੂਕੇ ਦਾ ਇੰਟਰਨਲ ਮਾਹੌਲ ਥੋੜਾ ਟੈਂਸ ਆ ਕਿ ਉੱਥੇ ਹਾਲੇ ਬਹੁਤ ਜ਼ਿਆਦਾ ਫਰੀडम ਨਹੀਂ ਹੈਗਾ, ਲੋਕਾਂ ਨੂੰ 8-10 ਕਿਲੋਮੀਟਰ ਤੋਂ ਦੂਰ ਘਰਾਂ ਤੋਂ ਜਾਣ ਦੀ ਹਾਲੇ ਮਨਾਹੀ ਹੈ ਜੀ। ਸੋ ਬਟ ਜਿਹੜੇ ਸਟੂਡੈਂਟਸ ਹੁਣ ਜਾ ਰਹੇ ਨੇ ਉਹਨਾਂ ਲਈ ਵੀ ਕੁਝ ਖਾਸ ਹਦਾਇਤਾਂ ਨੇ। ਸੋ ਇੱਕ ਤੇ ਸਟੂਡੈਂਟਸ ਨੇ ਸ਼ੁਰੂ 'ਚ ਜਿਹੜਾ ਪਹਿਲਾਂ ਹੀ ਮੈਂਡੇਟਰੀ ਸੀਗਾ ਕਿ 72 ਘੰਟੇ ਪਹਿਲਾਂ ਤੁਸੀਂ ਕੋਵਿਡ ਦਾ ਟੈਸਟ ਕਰਵਾ ਕੇ ਜਾਣਾ, ਉਹ ਅੱਜ ਵੀ ਉਸੇ ਤਰੀਕੇ ਨਾਲ ਹੀ ਹੈ। ਸੋ 72 ਘੰਟੇ ਪਹਿਲਾਂ ਤੁਸੀਂ ਜਿਹੜਾ ਕੋਵਿਡ ਟੈਸਟ ਕਰਵਾਉਣਾ ਸੀ ਉਹ ਕਰਵਾਉਣਾ ਹੀ ਸੀ। ਹੁਣ ਨਾਲ ਕੰਪਲਸਰੀ 10 ਦਿਨ ਦਾ 10 ਰਾਤਾਂ ਦਾ ਕੁਆਰੰਟੀਨ ਪੀਰੀਅਡ ਹੈ। ਸੋ 10 ਦਿਨ ਲਈ 10 ਰਾਤਾਂ ਲਈ ਤੁਹਾਨੂੰ ਇੱਕ ਸਮਾਂ ਦੱਸਣਾ ਪਏਗਾ, ਇੱਕ ਜਗ੍ਹਾ ਦੱਸਣੀ ਪਏਗੀ ਕਿ ਮੈਂ ਇਸ ਹੋਟਲ 'ਚ ਜਾਂ ਇਸ ਜਗ੍ਹਾ ਦੇ ਉੱਪਰ ਮੈਂ ਕੁਆਰੰਟੀਨ ਰਹੂੰਗਾ, ਮੈਂ ਅੰਦਰ ਬੰਦ ਰਹੂੰਗਾ, ਮੈਂ ਬਾਹਰ ਨਹੀਂ ਜਾ ਰਿਹਾ ਕਿਤੇ ਵੀ ਜੀ। ਔਰ ਤੁਸੀਂ ਇੱਕ ਨਾਲ ਜਦੋਂ ਹੀ ਤੁਸੀਂ ਫਲਾਈਟ ਲੈਣੀ ਆ, ਟਿਕਟ ਦੇ ਨਾਲ ਨਾਲ ਹੀ ਤੁਹਾਨੂੰ ਇੱਕ ਤੇ ਤੁਸੀਂ ਜਿਹੜਾ ਲੈਂਡਿੰਗ ਫਾਰਮ ਡਿਕਲੇਅਰ ਕਰਦੇ ਹੋ, ਪੈਸੇਂਜਰ ਲੋਕੇਟਰ ਫਾਰਮ, ਉਹ ਤਾਂ ਫਿਲ ਕਰਨਾ ਹੀ ਕਰਨਾ ਹੈ। ਦੂਸਰਾ ਹੁਣ ਨਾਲ ਉਹਦੇ ਵਿੱਚ ਕੰਪਲਸਰੀ ਕਰਤਾ ਹੈ ਕਿ ਤੁਸੀਂ ਆਪਣਾ ਕੋਵਿਡ ਟੈਸਟ ਯੂਕੇ ਦਾ ਵੀ ਇੱਥੋਂ ਹੀ ਬੁੱਕ ਕਰਨਾ ਹੈ। 210 ਪਾਉਂਡ ਫੀਸ ਹੈ ਉਹਦੀ। ਸੋ ਤੁਸੀਂ ਇੱਥੋਂ ਫੀਸ ਬੁੱਕ ਕਰਕੇ ਤੁਹਾਡੇ ਕੋਲ ਉਹਦਾ ਰੈਫਰੈਂਸ ਨੰਬਰ ਹੋਏਗਾ, ਉਹੀ ਪੈਸੇਂਜਰ ਲੋਕੇਟਰ ਫਾਰਮ ਦੇ ਵਿੱਚ ਪਾਉਣਾ ਹੈ ਤਾਂ ਕਿ ਤੁਹਾਨੂੰ ਇਮੀਗ੍ਰੇਸ਼ਨ ਦੇ ਵਿੱਚ ਜਾਂ ਜਦੋਂ ਵੀ ਇੰਡੀਆ ਦੇ ਵਿੱਚ ਵੀ ਤੇ ਬਾਹਰ ਵੀ ਕੋਈ ਦਿੱਕਤ ਨਾ ਆਵੇ। ਹੁਣ ਜਦੋਂ ਤੁਸੀਂ ਯੂਕੇ ਪਹੁੰਚੋਗੇ, ਯੂਕੇ ਦੇ ਵਿੱਚ ਜਿਹੜੀ ਲੋਕੇਸ਼ਨ ਤੁਸੀਂ ਦੱਸੀ ਆ, ਤੁਹਾਡੇ ਪਹੁੰਚਣ ਤੋਂ 2 ਦਿਨ ਬਾਅਦ ਤੁਹਾਡਾ ਕੋਵਿਡ ਟੈਸਟ ਹੋਏਗਾ ਔਰ ਅਗੇਨ 8 ਦਿਨ ਬਾਅਦ 8ਵੇਂ ਦਿਨ ਰਾਈਟ, ਦੂਜੇ ਦਿਨ ਤੇ 8ਵੇਂ ਦਿਨ ਤੁਹਾਡੇ ਜਿਹੜੇ ਰਿਕੁਆਇਰਡ ਸੰਬੰਧਿਤ ਟੈਸਟ ਹੋਣਗੇ, ਜਿਹਦੀ ਕੀ ਫੀਸ ਤੁਸੀਂ ਪਹਿਲਾਂ ਪੇ ਕਰ ਚੁੱਕੇ ਹੋ। ਵਨਸ ਐਵਰੀਥਿੰਗ ਇਜ਼ ਫਾਊਂਡ ਨਾਰਮਲ, ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਵੀ ਸੰਬੰਧਿਤ ਜਿਹੜੀ ਫਰਦਰ ਅਕੋਮੋਡੇਸ਼ਨ ਹੈ, ਜਿੱਥੇ ਤੁਸੀਂ ਯੂਨੀਵਰਸਿਟੀ ਜਾਣਾ ਜਾਂ ਜਿਹੜੇ ਵੀ ਹੋਸਟਲ ਜਾਣਾ, ਜਿਹੜੀ ਵੀ ਤੁਸੀਂ ਪ੍ਰਾਈਵੇਟਲੀ ਅਕੋਮੋਡੇਸ਼ਨ ਬੁੱਕ ਕਰਨੀ, ਫਿਰ ਤੁਸੀਂ ਉੱਥੇ ਜਾ ਸਕਦੇ ਹੋ। ਪਰ ਇਹ ਆ 2-3 ਹਦਾਇਤਾਂ ਨੇ, ਇਹ ਪੂਰੀਆਂ ਕਰੋਗੇ ਤਾਂ ਅੱਜ ਕੱਲ੍ਹ ਯੂਕੇ 'ਚ ਇਹ ਸਟ੍ਰਿਕਟ ਹੈ ਬਿਕੋਜ਼ ਇਹ ਨਹੀਂ ਨੋਰਮਸ ਪੂਰੀਆਂ ਕਰਦੇ। ਜਿਸ ਤਰੀਕੇ ਨਾਲ ਇੰਟਰਨਲ ਡਰੇ ਹੋਏ ਨੇ, ਹੋ ਸਕਦਾ ਏਅਰਪੋਰਟਸ ਦੇ ਉੱਪਰ ਵੀ ਡਰ ਦੇ ਨਾਲ ਕਿਤੇ ਤੁਹਾਨੂੰ ਪ੍ਰੋਬਲਮ ਆਵੇ। ਸੋ ਵੀਜ਼ਾ ਆ ਗਏ, ਵੀਜ਼ਾ ਬਹੁਤ ਵਧੀਆ ਗੱਲ ਹੈ। ਔਰ ਉਸ ਤੋਂ ਬਾਅਦ ਜਦੋਂ ਜਾਣਾ ਆ, ਇਹ ਸਭ ਇਹਤਿਆਤ ਦਾ ਖਿਆਲ ਰੱਖਣਾ ਜੀ। ਅਰਵਿੰਦਰਪਾਲ ਜੀ, ਅਗਲਾ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਅਮਰੀਕਾ, ਕੈਨੇਡਾ ਚਲੋ ਕਹਿੰਦੇ ਕਾਫੀ ਭੀੜ ਹੋ ਗਈ ਹੈ, ਸੋ ਅਗਰ ਯੂਰਪ ਜਾਣਾ ਚਾਹੁੰਦੇ ਨੇ ਸਟੱਡੀ ਬੇਸ 'ਤੇ ਜਾਂ ਕਿਸੇ ਹੋਰ ਵੀਜ਼ੇ ਦੇ ਲਈ, ਸੋ ਯੂਰਪ ਕਿਹੜਾ ਮੁਲਕ ਜਿਹੜਾ ਇਸ ਵਕਤ ਬਾਹਾਂ ਖੋਲ ਕੇ ਬੈਠਾ ਹੋਇਆ? ਯੂਰਪ ਦੇ ਵਿੱਚ ਅਗਰ ਅਸੀਂ ਵੇਖਾਂਗੇ ਕਿ ਜਦੋਂ ਹੋਰ ਇੱਕ ਕੰਟਰੀ ਦਾ ਨਾਮ ਹੈ ਸ਼ੁਰੂ ਤੋਂ ਕਾਫੀ ਦੇਰ ਤੋਂ ਲੈਂਦਾ ਆ ਰਿਹਾ ਕਿ ਜਿਸ ਤਰੀਕੇ ਨਾਲ ਕੈਨੇਡਾ, ਅਮਰੀਕਾ, ਇਸੇ ਤਰੀਕੇ ਤੈਨੂੰ ਜਰਮਨ ਚੀਜ਼ਾਂ ਸੁਣਨ ਨੂੰ ਮਿਲਣਗੀਆਂ। ਹਾਲਾਂਕਿ ਜਰਮਨ ਇੰਨਾ ਜਿੱਡਾ ਵੱਡਾ ਮੁਲਕ ਨਹੀਂ ਆ, ਜਰਮਨ ਦੀ ਇਮੀਗ੍ਰੇਸ਼ਨ ਦੀ ਜ਼ਰੂਰਤਾਂ ਇੰਨਾ ਜਿੰਨੀਆਂ ਵੱਡੀਆਂ ਨਹੀਂ ਆ, ਪਰ ਜਰਮਨ ਸਟੂਡੈਂਟਸ ਦੇ ਮਾਮਲੇ 'ਚ ਕਾਫੀ ਦਿਆਲੂ ਹੋਇਆ ਪਿਆ। ਸੋ ਜਰਮਨ ਦੇ ਵਿੱਚ ਸਟੂਡੈਂਟਸ ਜਾ ਰਹੇ ਨੇ, ਜਰਮਨ 'ਚ ਫ੍ਰੀ ਐਜੂਕੇਸ਼ਨ ਹੈ। ਅਗਰ ਤੁਸੀਂ ਰਿਕੁਆਇਰਡ ਲੈਵਲ ਆਫ ਲੈਂਗੁਏਜ ਕੀਤਾ ਹੋਇਆ ਉਹਨਾਂ ਦਾ A1 A2 B1 B2 B2 ਤੱਕ ਕੰਪਲੀਟ ਕੀਤਾ ਹੋਇਆ ਤੇ ਤੁਸੀਂ ਫ੍ਰੀ ਐਜੂਕੇਸ਼ਨ ਲਈ ਜਾ ਸਕਦੇ ਹੋ। ਨਹੀਂ ਤਾਂ ਤੁਸੀਂ ਇੰਗਲਿਸ਼ ਯੂਨੀਵਰਸਿਟੀ ਵਿੱਚ ਜਾ ਸਕਦੇ ਹੋ, ਜਿਹੜੀਆਂ ਕਿ ਬੇਸਿਕਲੀ ਪੇਡ ਨੇ। ਸੋ ਯੂ ਪੇ ਫॉर ਇਟ ਔਰ ਉਸ ਤੋਂ ਬਾਅਦ ਤੁਸੀਂ ਉਹਦੇ ਲਈ ਜਿਹੜੀ ਨੈਕਸਟ ਪੜ੍ਹਾਈ ਕਰ ਸਕਦੇ ਹੋ। ਔਰ ਇੰਗਲੈਂਡ ਤੋਂ ਸਿੱਖ ਕੇ ਇਹਨਾਂ ਨੇ ਆਪਣੀ ਪਾਲਿਸੀ ਥੋੜ੍ਹੀ ਬਹੁਤ ਡਿਜ਼ਾਈਨ ਉਸੇ ਤਰੀਕੇ ਦੀ ਕੀਤੀ ਹੈ। ਸੋ ਇੰਗਲੈਂਡ ਦੇ ਵਿੱਚ ਤੁਹਾਡੇ ਕੋਲ ਪੜ੍ਹਾਈ ਤੋਂ ਬਾਅਦ ਡਿਗਰੀ ਕੰਪਲੀਟ ਕਰਨ ਤੋਂ ਬਾਅਦ, ਯੂਨੀਵਰਸਿਟੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ, ਇੱਥੇ ਹੁਣ ਡਿਪਲੋਮਾਸ ਨਹੀਂ ਹੈ। ਸੋ ਇਹ ਵੇਰੀ ਕਰਦਾ ਕਿ ਅਗਰ ਤੁਸੀਂ ਕਿਹੜੇ ਮੁਲਕ ਜਾ ਰਹੇ ਹੋ ਤਾਂ ਕੀ ਪੜ੍ਹਨਾ ਆ। ਸੋ ਇਹ ਪਿਕ ਐਂਡ ਚੂਜ਼ ਤੇ ਤੁਸੀਂ ਉਸ ਤਰੀਕੇ ਨਾਲ ਹੀ ਕਰਨਾ ਹੈ ਕਿ ਬਿਕੋਜ਼ ਅਸੀਂ ਡਿਗਰੀ ਓਰੀਐਂਟਡ ਆ। ਬਾਰ-ਬਾਰ ਮੈਨੂੰ ਤਾਂ ਕਹਿਣਾ ਪੈਂਦਾ, ਅਸੀਂ 4-5 ਡਿਗਰੀਆਂ ਕਰਨ ਤੋਂ ਬਾਅਦ ਮੰਨਦੇ ਵੀ ਫਿਰ ਪੁੱਛਿਆ ਜਾਵੇ ਨਿਆਣੇ ਨੂੰ ਵੀ ਹਾਂਜੀ ਕੀ ਕਰਨਾ ਹੈ, ਤਾਂ ਫਿਰ ਜਵਾਬ ਹੁੰਦਾ ਕੋਈ ਨਹੀਂ ਵੇਖਦੇ ਹਾਲੇ। ਸੋ ਇਸ ਕਰਕੇ ਅਸੀਂ ਡਿਗਰੀ ਓਰੀਐਂਟਡ ਜ਼ਿਆਦਾ ਹੈ। ਸੋ ਇੱਥੇ ਵੀ ਡਿਗਰੀ ਕੰਪਲੀਟ ਕਰੋਗੇ ਜਰਮਨੀ ਦੇ ਵਿੱਚ, ਤੇ ਤੁਹਾਨੂੰ ਉਸ ਤੋਂ ਬਾਅਦ 18 ਮਹੀਨੇ ਦਾ ਵਰਕ ਪਰਮਿਟ ਆ। ਸੋ ਤੁਹਾਡੇ ਕੋਲ ਵਰਕਿੰਗ ਰਾਈਟਸ ਨੇ। ਇਹ ਜਿਹੜਾ ਵੀ ਮੁਲਕ ਤੁਹਾਨੂੰ ਵਰਕ ਪਰਮਿਟ ਦਿੰਦਾ ਆ, ਉਹ ਉਸ ਮੁਲਕ ਦੀ ਮਨਸ਼ਾ ਹੁੰਦੀ ਹੈ ਕਿ ਜਿਹੜਾ ਵੀ ਸਾਡੇ ਕੋਲ ਸਟੂਡੈਂਟ ਆ ਰਿਹਾ, ਉਹ ਅਗਰ ਸਾਡੇ ਲੋਕਲ ਐਜੂਕੇਸ਼ਨ ਲਈ ਆ ਤਾਂ ਉਹ ਅਗਰ ਕਾਬਲ ਹੋ ਗਿਆ,
ਉਹ ਕਮਾਊ ਪੁੱਤਰ ਹੋ ਗਿਆ ਤੇ ਫਿਰ ਉਹਨੂੰ ਇਸੇ ਘਰੇ ਰੱਖ ਲਈਏ। ਸੋ ਜਰਮਨੀ ਵੀ ਇੱਕ ਨਵਾਂ ਨਾਮ ਆ। ਉਮੀਦ ਕਰਦੇ ਹਾਂ ਕਿ ਜਰਮਨੀ ਯੂਰਪ ਦਾ ਚੰਗਾ ਜਿਹੜੀ ਰਿਕਰੂਟਮੈਂਟ ਆ ਸਟੂਡੈਂਟਸ ਦੀ ਤਕਰੀਬਨ ਚੰਗੀ ਖੁੱਲੇਗੀ ਔਰ ਜਰਮਨ ਵੀਜ਼ਾ ਵੀ ਕਾਫੀ ਇਸ਼ੂ ਕਰ ਰਿਹਾ। ਸੋ ਉਮੀਦ ਕਰਦੇ ਹਾਂ ਕਿ ਅੰਬੈਸੀਜ਼ ਬਿਕੋਜ਼ ਯੂਰਪ ਥੋੜਾ ਹਲੇ ਡਰਿਆ ਪਿਆ, ਅੰਬੈਸੀਜ਼ ਵਾਲਾ ਮਾਹੌਲ ਇੱਕਦਮ ਓਪਨ ਅਪ ਹੋਵੇ, ਇੱਕਦਮ ਅਪਾਇੰਟਮੈਂਟਸ ਨਿਕਲਣ ਖੁੱਲ੍ਹ ਕੇ ਤੇ ਸਟੂਡੈਂਟ ਸਾਰੇ ਜਾ ਸਕਣ। ਸੋ ਅਰਵਿੰਦਰਪਾਲ ਜੀ, ਅਸੀਂ ਕਾਫੀ ਮੁਲਕਾਂ ਦੀ ਗੱਲ ਕਰ ਲਈ, ਕੈਨੇਡਾ, ਅਮਰੀਕਾ, ਅਸੀਂ ਯੂਕੇ ਦੀ ਵੀ ਗੱਲ ਕਰ ਲਈ, ਜਰਮਨ ਦੀ ਵੀ ਗੱਲ ਕਰ ਲਈ, ਪਰ ਹੁਣ ਇੱਕ ਉਸ ਮੁਲਕ ਦੀ ਗੱਲ ਕਰ ਲਈ ਜਦੋਂ ਬਹੁਤ ਜ਼ਿਆਦਾ ਚਰਚਾ ਹੁੰਦੀ ਸੀਗੀ ਆਸਟ੍ਰੇਲੀਆ ਦੀ। ਤੁਹਾਡਾ 21 ਸਾਲ ਦਾ ਐਕਸਪੀਰੀਅੰਸ ਹੈ, ਤੁਸੀਂ ਵੀ ਦੇਖਿਆ ਹੋਣਾ ਉਹ ਸਮਾਂ ਜਦੋਂ ਹਰ ਜਿਹੜਾ ਵਿਅਕਤੀ ਹੈ ਆਸਟ੍ਰੇਲੀਆ ਜਾਣ 'ਚ ਕਾਫੀ ਮੈਂ ਕਹਿੰਦਾ ਇੰਟਰਸਟਡ ਹੁੰਦਾ ਸੀਗਾ। ਸੋ ਤੁਸੀਂ ਤੁਹਾਨੂੰ 21 ਸਾਲ ਹੋ ਚੁੱਕੇ ਨੇ, ਤੁਸੀਂ ਰਾਇਲ ਟਰੈਵਲ ਸਾਨੂੰ ਆਪਣਾ ਕੰਮ ਚਲਾਉਂਦੇ ਨੂੰ ਇਸ ਇੰਡਸਟਰੀ ਦੇ ਵਿੱਚ। ਸੋ ਆਸਟ੍ਰੇਲੀਆ ਦਾ ਹੁਣ ਦੇ ਹਾਲਾਤਾਂ ਨੂੰ ਜਾਂ ਆਪਣੇ ਪੁਰਾਣੇ ਹਾਲਾਤਾਂ ਨਾਲ ਅਗਰ ਤੁਸੀਂ ਕੰਪੈਰੀਜ਼ਨ ਕਰੋ ਤਾਂ ਕੀ ਚੱਲ ਰਿਹਾ? ਆਸਟ੍ਰੇਲੀਆ ਪਹਿਲਾ ਕੰਟਰੀ ਸੀ ਜਿਹਨੇ ਬੇਸਿਕਲੀ ਨੰਬਰ ਗੇਮ ਖੇਡੀ, ਜਿਹਨੂੰ ਬਿਗ ਨੰਬਰਸ, ਬਿਕੋਜ਼ ਉਸ ਤੋਂ ਪਹਿਲਾਂ ਯੂਕੇ ਵਾਸ ਵਨ ਆਫ ਦਾ ਟਫੈਸਟ ਵੀਜ਼ਾਸ। ਕੈਨੇਡਾ ਬਹੁਤ ਮੁਸ਼ਕਿਲ ਵੀਜ਼ਾ ਦਿੰਦਾ ਸੀ, ਅਮਰੀਕਾ ਵੀ ਮਤਲਬ ਇੰਨਾ ਟਫ ਵੀਜ਼ਾ ਹੁੰਦਾ ਸੀਗਾ ਕਿ ਔਰ ਸਭ ਤੋਂ ਵੱਡੀ ਗੱਲ ਪੰਜਾਬ 'ਚ ਟਰੈਵਲ ਏਜੰਟ ਨਹੀਂ ਹੁੰਦੇ ਸੀ ਜਾਂ ਕੰਸਲਟੈਂਟ ਬਹੁਤ ਘੱਟ ਹੁੰਦੇ ਸੀ। ਔਰ ਆਸਟ੍ਰੇਲੀਆ ਨੇ ਜਦੋਂ ਨੰਬਰ ਗੇਮ ਖੋਲ੍ਹੀ, ਬਹੁਤ ਸਾਰੇ ਸਾਡੀ ਇੰਡਸਟਰੀ ਦੇ ਵਿੱਚ ਵੀ ਪੜ੍ਹੇ ਲਿਖੇ ਲੋਕ ਪਹਿਲਾਂ ਬਹੁਤ ਘੱਟ ਹੁੰਦੇ ਸੀ। ਸਾਡੀ ਇੰਡਸਟਰੀ ਬਹੁਤ ਸਾਰੇ ਲੋਕ ਹੁੰਦੇ ਸੀ ਜਿਹੜੇ ਕੋਈ ਮਾਸਕੋ ਚੱਲਿਆ ਸੀ 2 ਨੰਬਰ 'ਚ ਤੇ ਉੱਥੋਂ ਵਾਪਸ ਮੁੜ ਕੇ ਆ ਗਿਆ ਤੇ ਮੁੜ ਕੇ ਕਹਿਣਾ ਅੱਛਾ ਰਾਹ ਪਤਾ ਲੱਗ ਗਿਆ, ਹੁਣ ਆਪਣਾ ਕਾਰੋਬਾਰ ਖੋਲ੍ਹੀਏ। ਸੋ ਜਿਹਨੇ ਸਾਡੀ ਇੰਡਸਟਰੀ 'ਚ ਪ੍ਰੋਫੈਸ਼ਨਲਸ ਬੇਸਿਕਲੀ ਐਂਟਰੀ ਆਸਟ੍ਰੇਲੀਆ ਨੇ ਕੀਤੀ। ਔਰ ਯੈਸ, ਆਸਟ੍ਰੇਲੀਆ ਅਗੇਨ ਓਪਨਡ ਅਪ। ਆਸਟ੍ਰੇਲੀਆ ਨੇ ਸੈਪਟੰਬਰ ਅਕਤੂਬਰ 'ਚ ਅਨਾਊਂਸ ਕੀਤਾ ਸੀਗਾ ਕਿ ਅਸੀਂ ਫੈਬ ਵਿਲ ਵੀ ਓਪਨ, ਔਰ ਡਿਕਲੇਅਰ ਜਿੱਦਾਂ ਕੀਤਾ ਸੀ ਉਹਨਾਂ ਨੇ ਉਸੇ ਤਰੀਕੇ ਨਾਲ ਕੀਤਾ ਵੀ। ਉਹਨਾਂ ਨੇ ਫੈਬ ਮਾਰਚ ਦੀਆਂ ਜਿਹੜੀਆਂ ਇਨਟੇਕ ਦੇ ਲਈ ਸਟੂਡੈਂਟਸ ਨੂੰ ਵੀਜ਼ਾ ਕਾਫੀ ਦਿੱਤੇ। ਔਰ ਸਟੂਡੈਂਟਸ ਲਈ ਅਗਰ ਆਸਟ੍ਰੇਲੀਆ ਜਾਣਾ ਹੈ ਅੱਜ ਵੀ ਇੱਕ ਚੰਗੀ ਪਸੰਦ ਹੈ, ਬਿਕੋਜ਼ ਜਿੱਦਾਂ ਇੰਗਲੈਂਡ 'ਚ ਰੁਪਈਏ ਵਾਹਵਾ ਬਣਦੇ ਤਾਂ ਆਸਟ੍ਰੇਲੀਆ 'ਚ ਵੀ ਰੁਪਈਏ ਵਾਹਵਾ ਬਣਦੇ ਆ। ਸੋ ਇਸ ਕਰਕੇ ਪਸੰਦ ਤਾਂ ਰਹਿਣੀ ਆ ਸਾਡੇ ਪੰਜਾਬੀਆਂ ਦੀ। ਜਿੱਥੇ ਮਾਇਆ ਚੱਜ ਨਾਲ ਲੱਭਦੀ ਆ ਉੱਥੇ ਜਾਣ ਤੋਂ ਗੁਰੇਜ਼ ਕੋਈ ਨਹੀਂ। ਸੋ ਆਸਟ੍ਰੇਲੀਆ 'ਚ ਐਪਲੀਕੇਸ਼ਨਸ ਅਗੇਨ ਵੈਲਕਮ, ਪਰ ਅਗੇਨ ਆਸਟ੍ਰੇਲੀਆ ਦੇ ਵਿੱਚ ਹੁਣ ਕੁਝ ਪੈਰਾਮੀਟਰਸ ਨੇ। ਆਸਟ੍ਰੇਲੀਆ 'ਚ ਤੁਹਾਡੇ ਕੋਲ ਅਗਰ 6 ਬੈਂਡ ਹੈਗੇ ਓਵਰਆਲ, ਦੈਨ ਯੂ ਗੋ ਟੂ ਅ ਯੂਨੀਵਰਸਿਟੀ ਫॉर ਅ ਡਿਗਰੀ। ਫਿਰ ਤੁਸੀਂ ਡਾਇਰੈਕਟਲੀ ਯੂਨੀਵਰਸਿਟੀ ਜਾ ਕੇ ਡਿਗਰੀ ਪ੍ਰੋਗਰਾਮ ਹਾਸਲ ਕਰਦੇ ਹੋ। ਔਰ ਅਗਰ ਤੁਹਾਡੇ ਕੋਲ 5.5 ਹੈ, ਓਵਰਆਲ 6 ਨਹੀਂ ਹੈਗੇ, ਓਵਰਆਲ 5.5 ਹੈ, ਫਿਰ ਤੁਸੀਂ ਕਾਲਜ ਜਾ ਕੇ ਡਿਪਲੋਮਾ ਹਾਸਲ ਕਰਦੇ ਹੋ। ਔਰ ਓਬਵੀਅਸਲੀ ਜਿਹੜੀ ਇਹ ਐਂਟਰੀ ਲੈਵਲ ਹੈ, ਔਰ ਜਿਹੜੀਆਂ PR ਦਾ ਸੰਬੰਧ ਤੁਹਾਡੀਆਂ ਜੌਬਸ ਦੇ ਨਾਲ ਆ। ਆਸਟ੍ਰੇਲੀਆ 'ਚ ਇੱਕ ਦਿੱਕਤ ਰਹੀ ਹੈ PR ਨੂੰ ਲੈ ਕੇ ਥੋੜ੍ਹੀ ਬਹੁਤ, ਉਹ ਇਸ ਕਰਕੇ ਕਿ ਸਾਡੇ ਜਿਹੜੇ ਸਟੂਡੈਂਟਸ ਜਾਂਦੇ ਨੇ ਉੱਥੇ ਰੈਲੇਵੈਂਟ ਜੌਬ ਕਰਨਾ ਹੁੰਦਾ, ਜੋ ਤੁਸੀਂ ਪੜ੍ਹਾਈ ਕੀਤੀ ਉਹਦੇ ਮੁਤਾਬਿਕ ਜੌਬ ਕਰਨੀ ਹੁੰਦੀ ਹੈ। ਤੇ ਸਾਡੇ ਜਿਹੜੇ ਸਟੂਡੈਂਟਸ ਆ, ਬਿਕੋਜ਼ ਜਿੱਦਾਂ ਕੈਨੇਡਾ 'ਚ ਟਰਾਲਾ ਮਸ਼ਹੂਰ ਆ, ਇੱਦਾਂ ਹੀ ਆਸਟ੍ਰੇਲੀਆ ਟੈਕਸੀ ਮਸ਼ਹੂਰ ਆ। ਸੋ ਉੱਥੇ ਕੈਬ ਬਿਜ਼ਨਸ ਹੈ ਸਭ ਦਾ, ਸਾਰੇ ਕੈਬਸ ਦੇ ਵਿੱਚ ਬਿਜ਼ੀ ਨੇ ਐਂਡ ਇਟਸ ਗੁੱਡ ਮਨੀ ਆਲਸੋ। ਪੈਸੇ ਚੰਗੇ ਬਣਦੇ ਉੱਥੇ, ਸਟੂਡੈਂਟਸ ਚੰਗਾ ਪੈਸਾ ਬਣਾਉਂਦੇ। ਔਰ ਕਈ ਵਾਰੀ ਇਹ ਸ਼ਾਰਟ ਟਰਮ ਦੇ ਵਿੱਚ ਤੁਸੀਂ ਲੌਂਗ ਟਰਮ ਨੂੰ ਭੁੱਲ ਜਾਂਦੇ ਹੋ। ਸੋ ਠੀਕ ਹੈ, ਅੱਜ ਫਾਈਨੈਂਸ਼ੀਅਲ ਇੰਡੀਪੈਂਡੈਂਸ, ਅੱਜ ਮੇਰੀ ਜੇਬ 'ਚ ਮੇਰਾ ਰੁਪਈਆ ਆ ਰਿਹਾ, ਗਰਮੀ ਵੀ ਦੇ ਰਿਹਾ, ਮੈਨੂੰ ਸਵਾਦ ਵੀ ਆ ਰਿਹਾ, ਪਰ ਅਗਰ ਮੈਂ ਸ਼ੁਰੂਆਤੀ ਥੋੜ੍ਹਾ ਬਹੁਤ ਪਰਹੇਜ਼ ਕਰ ਲਵਾਂ ਤੇ ਮੇਰੀ ਸਾਰੀ ਉਮਰ ਇਸ ਕੰਮ ਨੂੰ ਮੈਂ ਮਤਲਬ ਅਪਣਾ ਸਕਦਾ ਹਾਂ। ਸੋ ਇਸ ਕਰਕੇ ਇਸ ਚੀਜ਼ ਤੋਂ ਸਿਰਫ ਬਚਣਾ ਸਟੂਡੈਂਟਸ ਨੇ ਕਿ ਜਿਹੜੀ ਈਜ਼ੀ ਮਨੀ ਹੈ ਠੀਕ ਹੈ, ਬਟ ਉਹਨੂੰ ਆਪਣੇ ਕਰੀਅਰ ਵਾਲੇ ਪਾਸੇ ਨੂੰ ਸੋਚ ਕੇ ਵੇਖੋ ਕਿ ਜੋ ਪੜ੍ਹਾਈ ਕੀਤੀ ਆ ਉਹਦੇ ਸੰਬੰਧਿਤ ਜੌਬਸ ਲਓ। ਤੇ ਔਰ ਆਸਟ੍ਰੇਲੀਆ ਵੀ ਕੈਨੇਡਾ, ਜਿੱਦਾਂ ਅਸੀਂ ਕੈਨੇਡਾ ਨੂੰ ਹੁਣ ਕਹਿੰਦੇ ਆ ਨਾ, ਆਸਟ੍ਰੇਲੀਆ ਕੰਟਰੀ ਇਮੀਗ੍ਰੈਂਟਸ ਦਾ ਆ। ਸੋ ਇਹ ਉਹੀ ਮੁਲਕ ਨੇ ਦੋਸਤੋ ਜਿਹਨਾਂ ਨੂੰ ਤੁਸੀਂ ਜਾਣਦੇ ਹੋ, ਜਿੱਥੇ ਤੁਸੀਂ ਸਭ ਤੋਂ ਵੱਧ ਜਾਂਦੇ ਹੋ। ਇਹ ਬੇਸਿਕਲੀ ਯੂਰਪੀਅਨਸ ਦੇ ਵਸਾਏ ਪਏ ਨੇ। ਤੁਸੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਉਹ ਜਗ੍ਹਾ ਨੇ ਸਾਰੀਆਂ ਜਿੱਥੇ ਯੂਰਪੀਅਨਸ ਗਏ, ਉਹ ਮੁਲਕ ਵਸਾਏ। ਤੇ ਅੱਜ ਅਸੀਂ ਉਸ ਰੇਸ 'ਚ ਲੱਗੇ ਹਾਂ ਵੀ ਅੱਜ ਅਸੀਂ ਜਿਹੜੇ ਮੁਲਕ ਵਸੇ ਪਏ ਨੇ ਉਹਨਾਂ 'ਚ ਅਸੀਂ ਵੀ ਪਹੁੰਚ ਸਕੀਏ। ਸੋ ਯੂਰਪ ਦੇ ਵਿੱਚ ਬਿਕੋਜ਼ ਯੂਰਪੀਅਨਸ ਨੇ ਵਸਾਇਆ, ਐਂਟਰੀ ਰੈਸਟ੍ਰਿਕਸ਼ਨਸ ਹਮੇਸ਼ਾ ਟਾਈਟ ਰਹੀਆਂ, ਬਿਕੋਜ਼ ਦੇ ਨੈਵਰ ਵਾਂਟਡ ਕਿ ਸਾਡੇ ਵੀ ਘਰ ਭਰ ਜਾਣ। ਸੋ ਇਸ ਕਰਕੇ ਜਿਹੜੇ ਬਾਹਰ ਵਸਾਏ, ਯੈਸ ਉਹ ਹੋਰ ਬਿਹਤਰ ਬਣਨ, ਉਹਨਾਂ ਦੀ ਇਕੋਨਮੀਜ਼ ਬਣਨ। ਸੋ ਇਸ ਕਰਕੇ ਆਸਟ੍ਰੇਲੀਆ ਅਗੇਨ ਵੈਲਕਮਿੰਗ ਹੈ। ਆਸਟ੍ਰੇਲੀਆ ਨੇ ਹਾਂ ਜਿਹੜੀ ਅਗਲੀ ਆਸਟ੍ਰੇਲੀਆ ਦੀ ਇੱਕ ਅਪਡੇਟ ਆਉਣੀ ਬਾਕੀ ਆ ਕਿ ਐਕਚੁਅਲ ਟਰੈਵਲ ਕਦੋਂ ਸ਼ੁਰੂ ਕਰਨਾ ਹੈ। ਬਿਕੋਜ਼ ਵੀਜ਼ਾ ਦੇਣਾ ਸ਼ੁਰੂ ਕਰਤੇ ਆ, ਹਾਲੇ ਐਕਚੁਅਲ ਟਰੈਵਲਿੰਗ ਸ਼ੁਰੂ ਨਹੀਂ ਹੋਈ, ਫਲਾਈਟਸ ਸ਼ੁਰੂ ਨਹੀਂ ਹੋਈਆਂ। ਸੋ ਉਹਦਾ ਥੋੜ੍ਹਾ ਬਹੁਤ ਇੰਤਜ਼ਾਰ ਜ਼ਰੂਰ ਰਹੇਗਾ ਕਿ ਉਹ ਕਿੰਨੀ ਕੁ ਦੇਰ ਨੂੰ ਖੁੱਲ੍ਹਦੀਆਂ ਨੇ ਜਾਂ ਕਦੋਂ ਦੀ ਅਨਾਊਂਸਮੈਂਟ ਹੁੰਦੀ ਹੈ। ਬਟ ਫਿਰ ਵੀ ਬੜੀ ਵਧੀਆ ਚੀਜ਼ ਹੈ ਕਿ ਆਸਟ੍ਰੇਲੀਆ ਨੇ ਬਹੁਤ ਦੇਰ ਬ੍ਰੇਕ ਲਾਈ ਰੱਖੀ। ਆਸਟ੍ਰੇਲੀਆ ਦੇ ਇੱਕ ਚੀਜ਼ ਹੈ ਕਿ ਅਗਰ ਸਿਸਟਮ ਦੇ ਵਿੱਚ ਕੋਈ ਨਾ ਕੋਈ ਫਲॉ ਆਉਂਦਾ ਹੈ ਨਾ, ਸਿਸਟਮ ਦੇ ਵਿੱਚ ਕੋਈ ਨਾ ਕੋਈ ਟਰਬਲ ਆਉਂਦਾ ਆ, ਤੇ ਆਸਟ੍ਰੇਲੀਆ ਜਿੱਦਾਂ ਨਾ ਗੱਡੀ ਦਾ ਇੰਜਨ ਰੋਕ ਕੇ ਚਾਬੀ ਬਾਹਰ ਕੱਢ ਲੈਂਦਾ। ਸੋ ਮਤਲਬ ਇਮੀਗ੍ਰੇਸ਼ਨ ਇਸ ਤਰੀਕੇ ਦੀ ਹੈ ਜਾਂ ਵੀਜ਼ਾਸ ਦਾ ਪ੍ਰੋਸੈਸ ਇਸ ਤਰੀਕੇ ਦਾ ਆ। ਸੋ ਜਦੋਂ ਵੀ ਕੋਈ ਪ੍ਰੋਸੈਸ ਚੱਲ ਰਿਹਾ, ਕਿਤੇ ਨਾ ਕਿਤੇ ਅਗਰ ਇਮੀਗ੍ਰੇਸ਼ਨ ਵਿੱਚ ਇੱਕ ਚੀਜ਼ ਫੜੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੋਈ ਜਾਂ ਕਿਤੇ ਨਾ ਕਿਤੇ ਫੂਲ ਕਰਨ ਦਾ ਮਸਲਾ ਬਣਿਆ ਜਾਂ ਕੋਈ ਵੀ ਇੱਦਾਂ ਦੀ ਚੀਜ਼ ਆ, ਚਾਹੇ ਵੀਜ਼ਾਸ ਨੂੰ ਲੈ ਕੇ, ਚਾਹੇ ਉਹਦੀ ਐਪਲੀਕੇਸ਼ਨ ਨੂੰ ਲੈ ਕੇ,
ਜਦੋਂ ਸਿਸਟਮ ਨੂੰ ਲੱਗਾ ਕਿ ਅਸੀਂ ਇੱਕ ਵਾਰੀ ਕਿਤੇ ਗੜਬੜ ਚੱਲ ਗਏ ਆ, ਉਹਨਾਂ ਨੇ ਇਮੀਡੀਏਟਲੀ ਬ੍ਰੇਕ ਲਾ ਕੇ ਸਭ ਕੁਝ ਰੋਕ ਕੇ ਦੁਬਾਰਾ ਐਨਾਲਾਈਜ਼ ਕਰਕੇ ਸੈਲਫ ਐਨਾਲਿਸਿਸ ਕਰਕੇ ਤੇ ਫਿਰ ਦੁਬਾਰਾ ਓਪਨ ਹੋਣਾ ਜੀ। ਔਰ ਇਹੀ ਮੈਂ ਕਹਿ ਰਿਹਾ ਕਿ ਆਸਟ੍ਰੇਲੀਆ ਓਪਨ ਅਪ ਹੋਇਆ ਆ, ਸੋ ਉਮੀਦ ਕਰਦੇ ਹਾਂ ਕਿ ਇਹ ਅਗੇਨ ਸਪੀਡ ਅਪ ਹੋਏਗਾ, ਬਿਕੋਜ਼ ਆਸਟ੍ਰੇਲੀਆ ਵੀ ਸਾਡੇ ਸਟੂਡੈਂਟਸ ਦੀ ਕੈਨੇਡਾ ਤੋਂ ਪਹਿਲਾਂ ਜਾਂ ਇੰਗਲੈਂਡ ਤੋਂ ਪਹਿਲਾਂ ਪਹਿਲੀ ਪਸੰਦ ਰਿਹਾ ਹੈ। ਸੋ ਆਸਟ੍ਰੇਲੀਆ ਨੇ ਵੀਜ਼ਾਸ ਥੋੜੇ ਟਾਈਟ ਕੀਤੇ ਪਿਛਲੇ ਸਮੇਂ ਦੇ ਵਿੱਚ, ਇਸ ਕਰਕੇ ਸਟੂਡੈਂਟਸ ਦਾ ਥੋੜਾ ਮੋਹ ਭੰਗ ਹੋਇਆ ਜ਼ਰੂਰ ਸੀਗਾ, ਬਟ ਫਿਰ ਵੀ ਅੱਜ ਤੋਂ ਦੁਬਾਰਾ ਆਸਟ੍ਰੇਲੀਆ ਤੁਹਾਨੂੰ ਵਾਜਾ ਮਾਰ ਰਿਹਾ। ਸੋ ਆਸਟ੍ਰੇਲੀਆ ਅਗੇਨ ਓਪਨ ਆ, ਤੁਸੀਂ ਆਪਣੀ ਐਪਲੀਕੇਸ਼ਨਸ ਉਧਰ ਨੂੰ ਲਾ ਸਕਦੇ ਹੋ ਜੀ। ਸੋ ਬਾਕੀ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਐਂਡ ਈਵਨ ਜਰਮਨੀ, ਆਪਾਂ ਇਹਨਾਂ ਸਾਰੇ ਕੰਟਰੀਜ਼ ਬਾਰੇ ਗੱਲ ਕੀਤੀ। ਐਂਡ ਅਗਰ ਤੁਹਾਡੇ ਕੋਈ ਵੀ ਮਨ ਵਿੱਚ ਸਵਾਲ ਹੋਵੇ ਕਿ ਕਿਵੇਂ ਤੁਸੀਂ ਜਾ ਸਕਦੇ ਹੋ, ਕੀ ਰਿਕੁਆਇਰਮੈਂਟ ਤੁਹਾਨੂੰ ਲੋੜ ਹੈ, ਤੁਹਾਡੇ ਕੋਲ ਕਿਹੜੀ ਚੀਜ਼ਾਂ ਤੁਹਾਡੇ ਕੋਲ ਹੈ, ਸੋ ਉਹਨਾਂ ਬਾਰੇ ਖੁੱਲ੍ਹ ਕੇ ਜਿਹੜੀ ਗੱਲਬਾਤ ਅਸੀਂ ਕਰ ਸਕਦੇ ਹਾਂ। ਸਾਡੇ ਇਸ ਵੀਡੀਓ ਥੱਲੇ YouTube ਯਾਨੀ ਕਿ ਸਾਡਾ ਪੰਜਾਬ ਮਿਲ USA TV YouTube ਤੇ ਜਾ ਕੇ ਸਾਡੀ ਵੀਡੀਓ ਥੱਲੇ ਕਮੈਂਟਸ ਦਿਓ, ਐਂਡ ਅਸੀਂ ਅਗਲੇ ਪ੍ਰੋਗਰਾਮ ਵਿੱਚ ਉਹਦੇ ਬਾਰੇ ਚੰਗੀ ਤਰ੍ਹਾਂ ਗੱਲਬਾਤ ਕਰਾਂਗੇ। ਸੋ ਸਾਡੇ ਜਿਹੜੇ ਇਮੀਗ੍ਰੇਸ਼ਨ ਦੇ ਮਾਹਰ ਜੋ ਕਿ ਹਰ ਵਾਰ ਸਾਡੇ ਨਾਲ ਜੁੜਦੇ ਨੇ, ਅਰਵਿੰਦਰਪਾਲ ਸਿੰਘ ਜੀ, ਉਹਨਾਂ ਨੇ ਬੜੀ ਵੱਡੀ ਸਾਨੂੰ ਵਧੀਆ ਜਾਣਕਾਰੀ ਦਿੱਤੀ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਮਨੋਜ ਜੀ, ਸਤਿ ਸ਼੍ਰੀ ਅਕਾਲ। ਸੋ ਇੱਦਾਂ ਹੀ ਦੇਖਦੇ ਰਹੋ ਪ੍ਰੋਗਰਾਮ ਪੰਜਾਬ ਮਿਲ USA TV ਦੇ ਉੱਪਰ। ਤੁਹਾਡਾ ਬਹੁਤ ਬਹੁਤ ਧੰਨਵਾਦ।